ਟੀਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਸਟ੍ਰੇਟ ਟਾਕ ਵਿੱਚ ਅੱਜ ਸਾਡੇ ਨਾਲ ਨੇ ਪ੍ਰੋਫੈਸਰ ਮਨਜੀਤ ਤੇ ਪ੍ਰੋਫੈਸਰ ਮਨਜੀਤ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਅਹਿਮ ਮੁੱਦਿਆਂ ਤੇ ਸਿਆਸੀ ਲੀਡਰ ਕਿਸ ਤਰ੍ਹਾਂ ਸਿਆਸਤ ਕਰ ਰਹੇ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਿਜ਼ਨ ਪੰਜਾਬ ਟੀਵੀ ਤੇ। ਕੋਮਿਤਾ ਬਹੁਤ ਬਹੁਤ ਧੰਨਵਾਦ। ਬਹੁਤ ਸਾਰੇ ਮੁੱਦੇ ਨੇ। ਸਭ ਤੋਂ ਪਹਿਲਾਂ ਅਸੀਂ ਕਰਤਾਰਪੁਰ ਕੋਰੀਡੋਰ ਦੀ ਗੱਲ ਕਰ ਲਈਏ ਕਿ ਪਾਕਿਸਤਾਨ ਵੱਲੋਂ ਕਿਹਾ ਗਿਆ ਹੈ ਕਿ 29 ਤੋਂ ਜਿਹੜਾ ਆ ਉਹ ਉਹਨਾਂ ਨੇ ਕਹਿ ਦਿੱਤਾ ਹੈ ਕਿ ਉਹ ਲਾਂਘਾ ਜਿਹੜਾ ਸ਼ੁਰੂ ਕਰ ਦੇਣਗੇ, ਪਰ ਆਪਣੀ ਗਵਰਨਮੈਂਟ ਵੱਲੋਂ ਜਿਹੜਾ ਕਿਤੇ ਨਾ ਕਿਤੇ ਇਨਕਾਰ ਕੀਤਾ ਜਾ ਰਿਹਾ। ਕੋਮਿਤਾ ਇਹ ਜਿਹੜਾ ਕਰਤਾਰਪੁਰ ਦਾ ਲਾਂਘੇ ਦਾ ਮਾਮਲਾ ਹੈਗਾ, ਜਿੱਥੇ ਧਾਰਮਿਕ ਹੈਗਾ ਉੱਥੇ ਬਹੁਤ ਭਾਵਨਾਤਮਕ ਵੀ ਹੈਗਾ। ਬਿਲਕੁਲ, ਬਹੁਤ ਸੈਂਟੀਮੈਂਟਸ ਨਾਲ, ਖਾਸ ਕਰ ਪੰਜਾਬੀਆਂ ਦੇ ਸੈਂਟੀਮੈਂਟਸ ਨਾਲ ਜੁੜਿਆ ਤੇ ਹਮੇਸ਼ਾ ਅੱਜ ਤੱਕ ਜਦੋਂ ਦਾ ਵੀ ਇਹ ਚੱਲਿਆ ਆ, ਸਾਲ ਡੇਢ ਸਾਲ ਤੋਂ ਪਹਿਲਾਂ ਤੋਂ ਜਦੋਂ ਦਾ ਹੁਣ ਵਾਲਾ ਪ੍ਰਾਈਮ ਮਿਨਿਸਟਰ ਪਾਕਿਸਤਾਨ 'ਚ ਆਇਆ ਤੇ ਉਹਦੇ ਸਹੁੰ ਚੁੱਕਣ ਤੋਂ ਹੀ ਚੱਲ ਪਿਆ ਸੀ, ਕਿਉਂਕਿ ਨਵਜੋਤ ਸਿੱਧੂ ਗਿਆ ਸੀ ਤੇ ਉੱਥੇ ਹਮੇਸ਼ਾ ਕਦੀ ਖੁਸ਼ੀ ਕਦੀ ਗਮ ਵਾਲੀ ਗੱਲ ਰਹੀ ਆ। ਤੁਹਾਨੂੰ ਪਤਾ ਜਦੋਂ ਕਸ਼ਮੀਰ ਦਾ 370 ਧਾਰਾ ਹਟਾਈ ਸੀ ਤੇ ਸਾਰਿਆਂ ਨੂੰ ਚਿੰਤਾ ਹੋ ਗਈ ਸੀ, ਲੈ ਕਿ ਲਾਂਘਾ ਜਿਹੜਾ ਬਿਲਕੁਲ ਲਾਂਘੇ ਤੇ ਇਫੈਕਟ ਪਾਏਗਾ। ਹਾਂ, ਵੀ ਮੁੰਨੇ ਤੇਲ ਪੈ ਗਿਆ, ਵੀ ਹੁਣ ਨਹੀਂ ਹੁੰਦਾ। ਪਰ ਉਹਨਾਂ ਨੇ ਬੜੀ ਹਿੰਮਤ ਦਿਖਾਈ ਫਿਰ ਵੀ, ਤੇ ਇਮਰਾਨ ਖਾਨ ਹੁਣਾਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਸਿਰੇ ਲਾ ਦਿੱਤਾ। ਇਹਨਾਂ ਹਾਲਾਤਾਂ 'ਚ ਮੇਰਾ ਖਿਆਲ ਹੈ ਕਿ ਜੋ ਪਿੱਛੇ ਆਪਾਂ ਸਾਰਾ ਦੇਖੀਏ ਤਾਂ ਹੁਣ ਵੀ ਇਹ ਚੱਲਦਾ ਤੇ ਰਹੂਗਾ। ਪਰ ਹਮੇਸ਼ਾ ਇੱਕ ਗੱਲ ਮੈਨੂੰ ਦੇਖਣ 'ਚ ਆਈ ਹੈ ਕਿ ਸਾਡੀ ਜਿਹੜੀ ਇੰਡੀਅਨ ਗੌਰਮੈਂਟ ਆ, ਅਨਲਾਈਕ ਪੰਜਾਬ ਦੇ ਜਿਹੜੇ ਸੈਂਟੀਮੈਂਟਸ ਹੈ ਉਹਦੇ ਬਿਲਕੁਲ ਵਿਪਰੀਤ ਹਮੇਸ਼ਾ ਪੈਰ ਖਿੱਚਦੀ ਹੈ। ਤੁਹਾਨੂੰ ਜੇ ਕੱਲੀ ਗੱਲ ਉੱਥੇ ਜੀ ਪੁਲ ਬਣੂਗਾ ਤਾਂ ਅਸੀਂ ਲਾਂਘਾ ਖੋਲਾਂਗੇ, ਪੁਲ ਨਹੀਂ ਬਣਿਆ ਫਿਰ ਬਾਅਦ 'ਚ ਚਲੋ ਖੋਲ੍ਹਤਾ। 500 ਉਹਨਾਂ ਨੇ ਕਿਹਾ ਬੰਦੇ ਤੁਸੀਂ ਡੇਲੀ ਪਿਲਗ੍ਰਿਮੇਜ ਆਉਣਗੇ, ਸ਼ਰਧਾਲੂ ਆਉਣਗੇ। ਇਹਨਾਂ ਨੇ ਕਿਹਾ ਨਹੀਂ ਜੀ 5000 ਚਾਹੀਦੇ। ਫਿਰ ਕਹਿੰਦੇ ਜੀ ਅਸੀਂ ਪਾਸਪੋਰਟ ਨਹੀਂ ਚਾਹੁੰਦੇ, ਵੀਜ਼ਾ ਨਹੀਂ ਚਾਹੁੰਦੇ, ਉਂਝ ਖੁੱਲ੍ਹੇ। ਪਹਿਲਾਂ ਉਹਨਾਂ ਨੇ ਪਾਸਪੋਰਟ ਰੱਖਿਆ ਸੀਗਾ, ਉਹਨਾਂ ਨੇ ਇਹ ਕਹਿਤਾ ਠੀਕ ਹੈ ਜੀ ਅਸੀਂ ਪਾਸਪੋਰਟ ਵੀ ਨਹੀਂ ਰੱਖਦੇ। ਫਿਰ ਇਹਨਾਂ ਨੇ ਮਤਲਬ ਕੋਈ ਨਾ ਕੋਈ ਹਮੇਸ਼ਾ ਆਪਣੀਆਂ ਜਿੰਨੀਆਂ ਵੀ ਡਿਮਾਂਡਾਂ ਰੱਖੀਆਂ, ਕੰਡੀਸ਼ਨਸ ਲਾਈਆਂ, ਉਹ ਮੰਨਦੇ ਗਏ। ਹਾਲਾਂਕਿ ਸਾਡੇ ਜਿਹੋ ਜਿਹੇ ਰਿਲੇਸ਼ਨ ਹੈ ਉਹ ਤੁਸੀਂ ਜਾਣਦੇ ਆ। ਇਸ ਕਰਕੇ ਜਿਹੜੀ ਉਸ ਪੁਰਾਣੇ ਜੇ ਸਾਰੀ ਗੱਲ ਨੂੰ ਰੱਖੀਏ ਤੇ ਅੱਜ ਦਾ ਜਿਹੜਾ ਹੋਇਆ ਬਿਲਕੁਲ ਉਸੇ ਹੀ ਸੇਧ ਵਿੱਚ ਫਿਰ ਹੋ ਰਿਹਾ। ਇਮਰਾਨ ਖਾਨ ਨੇ ਕਿਹਾ ਕਿ ਦੇਖੋ ਸਾਰੀ ਦੁਨੀਆ 'ਚ ਧਾਰਮਿਕ ਸਥਾਨ ਖੋਲ੍ਹੇ ਜਾ ਰਹੇ ਆ, ਦਰਬਾਰ ਸਾਹਿਬ ਖੁੱਲ੍ਹ ਗਿਆ, ਇੱਥੇ ਹੋਰ ਵੀ ਹੈ। ਜਗਨਨਾਥ ਯਾਤਰਾ ਦੇ ਵਿੱਚ ਸੁਪਰੀਮ ਕੋਰਟ ਨੇ ਕਹਿਤਾ ਤੁਸੀਂ 3 ਰਾਥਿਆਂ ਤੇ 500 ਬੰਦੇ ਲਾ ਲਓ, ਥੋੜ੍ਹਾ ਫਰਕ ਰੱਖਿਓ। ਜਦੋਂ ਚੱਲ ਪੈਂਦੇ ਲੋਕ ਕਿੰਨਾ ਕੁ ਫਰਕ ਰੱਖਦੇ ਆ। ਸ਼ਰਧਾ ਦੀ ਗੱਲ ਸ਼ਰਧਾ ਹੀ ਹੁੰਦੀ ਆ, ਉੱਥੇ ਕਿਹੜੇ ਕਾਨੂੰਨ ਚੱਲਦੇ ਆ। ਪਰ ਫਿਰ ਵੀ ਇਹਦਾ ਮਤਲਬ 1500 ਬੰਦਾ ਤੇ ਇਕੱਠਾ ਹੋਇਆ ਇੱਕ ਜਗ੍ਹਾ ਤੇ 3 ਰਾਤ ਇਕੱਠੇ ਖਿੱਚਣ ਲਈ। 1500 ਦਾ ਮਤਲਬ 2000 ਵੀ ਹੋ ਗਿਆ ਹੋਊਗਾ ਤੇ ਉੱਥੇ ਕਿਹੜਾ ਕਿਤੇ ਕਿਸੇ ਨੇ ਇੰਨਾ ਲਾਇਆ। ਪਰ ਜੇ ਇੱਥੇ ਤੁਸੀਂ ਇਹ ਤਾਂ ਮੈਨੂੰ ਗੱਲ ਸਮਝ ਲੱਗਦੀ ਆ ਇੰਡੀਅਨ ਗਵਰਨਮੈਂਟ ਦੀ, ਕਹਿਣ ਕਿ ਦੇਖੋ ਜੀ ਹਾਲਾਤ ਠੀਕ ਨਹੀਂ ਆ, 500 ਬੰਦਾ ਰੋਜ਼ ਦਾ ਚਲੇ ਜਾ, ਇੰਨਾ ਕੀ ਜਾਣਾ ਹੀ ਆ, ਇਹ ਤੋਂ ਵੱਧ ਜਾਣਾ ਵੀ ਨਹੀਂ ਹੈ। 5000 ਕਿਹਨੇ ਜਾਣਾ, ਇਹਨਾਂ ਹਾਲਾਤਾਂ 'ਚ ਨਹੀਂ ਜਾਣਾ ਹੈਗਾ। ਇਸ ਕਰਕੇ ਇਹ ਕਹਿੰਦੇ ਸਮਝ ਪੈਂਦੀ ਆ, ਪਰ ਇਹਨਾਂ ਵੱਲੋਂ ਬਿਲਕੁਲ ਹੀ ਇਨਕਾਰ ਕਰਤਾ। ਇਹਨਾਂ ਨੇ ਕਹਿ ਦਿੱਤਾ ਆ ਦੇਖੋ ਜੀ ਇਹ ਤੇ ਪਹਿਲਾਂ ਇੱਕ ਤੇ ਅਸੀਂ ਏਡੀ ਛੇਤੀ ਨਹੀਂ ਖੋਲ੍ਹ ਸਕਦੇ, 7 ਦਿਨ ਦਾ ਨੋਟਿਸ ਮਿਲਣਾ ਚਾਹੀਦਾ, ਜਿਵੇਂ ਉਹ ਕਲਰਕੀ ਜਵਾਬ ਹੈਗਾ। ਸਿੱਧਾ ਹੀ ਕਹਿਣਗੇ ਦੇਖੋ ਜੀ ਅਸੀਂ 5-7 ਦਿਨਾਂ 'ਚ ਖੋਲ੍ਹ ਦਿਆਂਗੇ, ਬਿਲਕੁਲ ਤਿਆਰੀਆਂ ਕਰ। ਅੱਛਾ, ਉਦੋਂ ਵੱਡਾ ਇੱਕ ਹੋਰ ਜਿਹਨੂੰ ਕਹਿੰਦੇ ਆ ਫਾਨਾ ਠੋਕ ਦਿੱਤਾ, ਉਹ ਇਸ ਗੱਲ ਨੂੰ ਨਕਾਰ ਦਿੱਤਾ ਆ। ਇਹ ਕਹਿ ਦਿੱਤਾ ਆ ਕਿ ਜਦ ਤੱਕ ਉਹਦੇ ਤੇ ਰਾਵੀ ਤੇ ਪੁਲ ਨਹੀਂ ਬਣਦਾ, ਜਿਹੜੀ ਪਹਿਲੀ ਕੰਡੀਸ਼ਨ ਸੀਗੀ, ਉਦੋਂ ਤੱਕ ਨਹੀਂ ਜੀ ਸਾਡੇ ਤੇ ਬੰਦਿਆਂ ਨੂੰ, ਅਸੀਂ ਸ਼ਰਧਾਲੂਆਂ ਨੂੰ ਐਵੇਂ ਥੋੜ੍ਹੀ ਭੇਜਣਾ। ਹੁਣ ਉਹ ਪੁਲ ਕਦੋਂ ਬਣੂ? ਬਰਸਾਤਾਂ ਤੋਂ ਬਾਅਦ ਬਣੂ। ਇਹਦਾ ਮਤਲਬ ਇਹ ਹੈ ਕਿ ਇੱਕ ਕਿਸਮ ਦਾ ਨਕਾਰ ਦਿੱਤਾ ਕਿ ਅਸੀਂ ਖੋਲ੍ਹਣ ਲਈ ਹੁਣ ਤਿਆਰ ਨਹੀਂ। ਪਰ ਕੀ ਕਾਰਨ ਨਜ਼ਰ ਆਉਂਦੇ ਨੇ ਜਦੋਂ ਪੰਜਾਬ ਸਰਕਾਰ ਦੇ ਅਜਿਹੇ ਰਵੱਈਏ ਪਿੱਛੇ? ਪੰਜਾਬ ਸਰਕਾਰ ਨਹੀਂ, ਇੰਡੀਅਨ ਗਵਰਨਮੈਂਟ ਦੇ ਰਵੱਈਏ। ਹਾਂ ਬਿਲਕੁਲ, ਇੰਡੀਅਨ ਗਵਰਨਮੈਂਟ ਦਾ ਰਵੱਈਆ ਤੇ ਇਹ ਮੁੱਖ ਤੌਰ 'ਤੇ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਨਾਂ ਨੂੰ ਇਹ ਲੱਗਦਾ ਕਿ ਜਿਨ੍ਹਾਂ ਨੂੰ ਉਹ ਜਾਨੀ ਦੁਸ਼ਮਣ ਇਮਰਾਨ ਖਾਨ ਨੂੰ ਸਮਝਦੇ ਆ, ਖਾਸ ਕਰ ਮੁਸਲਿਮ ਸਮੁਦਾਇ ਨੂੰ ਕੋਈ ਵੀ ਹੋਏ, ਕਿ ਉਹਨਾਂ ਦੇ ਜਦੋਂ ਡੇਰੇ 'ਤੇ ਜਾਂਦੇ ਆ ਤੇ ਪਤਾ ਨਹੀਂ ਉੱਥੋਂ ਕੋਈ ਕਰੋਨਾ ਵਰਗਾ ਨਵਾਂ ਮਾਲ ਨਾ ਲੈ ਆਉਣ ਨਾਲ, ਇਸ ਗੱਲ ਦੇ ਡਰਦੇ ਆ ਜੀ। ਕਦੀ ਜੀ ਉੱਥੇ ਪੋਸਟਰ ਲੱਗ ਗਏ ਜੀ, ਕਦੀ ਜੀ ਵੀ ਆਪਣੀ ਦੇਸ਼ ਭਗਤੀ ਦਾ ਸਰਟੀਫਿਕੇਟ ਦੇਣ ਕਿਸੇ ਨੂੰ। ਤੁਸੀਂ ਪੰਜਾਬੀਆਂ ਨੂੰ ਜਿਹੜੇ ਉੱਥੇ ਬਾਰ-ਬਾਰ ਜਾਂਦੇ ਹੋ, ਤੁਸੀਂ ਉਹਨਾਂ ਦੇ ਕੋਲ ਉਹਨਾਂ ਦੀ ਦੇਸ਼ ਭਗਤੀ ਤੇ ਉਹਨਾਂ ਦੀ ਜਿਹੜੀ ਆਪਣੇ ਇੱਥੇ ਕੁਰਬਾਨੀਆਂ ਦੇ ਉੱਤੇ ਕਿੰਤੂ ਪਰੰਤੂ ਕਰਦੇ ਆ, ਸ਼ੱਕ ਕਰਦੇ ਆ ਕਿ ਕੋਈ ਉੱਥੇ ਪੋਸਟਰ ਲਾ ਦੂਗਾ, ਕੋਈ ਇਹਨਾਂ ਨੂੰ ਮਾੜਾ ਜਿਹਾ ਹੱਥ ਲਾ ਦੂਗਾ ਜਾਂ 5-7 ਗੱਲਾਂ ਕੰਨ 'ਚ ਪਾ ਦੂਗਾ ਤੇ ਵਿਕ ਜਾਣਗੇ ਦੇਸ਼ ਦੇ ਅਗੇਂਸਟ। ਇਹ ਬਿਲਕੁਲ ਬੇਤੁਕੀ ਗੱਲ ਹੈ, ਬੇਭਰੋਸਗੀ ਦੀ ਗੱਲ ਹੈ। ਇਸੇ ਕਰਕੇ ਬਾਰ-ਬਾਰ ਇੱਥੇ ਅਲੱਗਵਾਦੀ ਮੂਵਮੈਂਟ ਉੱਠਦੀਆਂ, ਕਿਉਂਕਿ ਤੁਸੀਂ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ, ਭਾਵੇਂ ਅਰਥ ਵਿਵਸਥਾ, ਖੇਤੀ ਦਾ, ਅਨਾਜ ਪੈਦਾ ਕਰਨ ਦਾ, ਬਾਰਡਰ ਦੇ ਉੱਤੇ ਲੜਨ ਦਾ, ਅੱਜ ਕਿੰਨਾ ਮਤਲਬ ਸਾਰਾ ਦੇਸ਼ ਨੂੰ ਆਜ਼ਾਦ ਕਰਾਉਣ ਦਾ ਤੁਸੀਂ ਕਿੰਨੇ ਕੀਤਾ, ਜਿਹੜੇ ਹੁਣ ਅੱਜ ਦੇਸ਼ ਭਗਤੀ ਦਾ ਸਭ ਤੋਂ ਵੱਧ ਝੰਡਾ ਉੱਪਰ ਚੁੱਕੀ ਫਿਰਦੇ ਆ, ਦੇਸ਼ ਦੇ ਵੇਲੇ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਦੱਸਣ ਗਿਣ ਕੇ। ਇਹ ਜਿਹੜਾ ਸ਼ੱਕ ਕਰਨਾ, ਜਿਹੜਾ ਤੁਹਾਡਾ ਸਵਾਲ, ਮੈਂ ਥੋੜ੍ਹਾ ਭਾਵੁਕ ਹੋ ਜਾਂਦਾ ਇਸ ਗੱਲ 'ਤੇ, ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਕਿ ਪਤਾ ਨਹੀਂ
ਕੋਈ ਸਾਜ਼ਿਸ਼ ਨਾ ਹੋਏ, ਪਤਾ ਨਹੀਂ ਇਹ ਸਾਡੇ ਹੱਥੋਂ ਨਾ ਨਿਕਲ ਜਾਣ। ਤੇ ਜੇ ਇੰਜ ਸੋਚਦੇ ਰਹੋਗੇ ਤੇ ਨਿਕਲਣਗੇ, ਜੇ ਸੋਚਦੇ ਰਹੋਗੇ, ਸ਼ੱਕ ਕਰੋਗੇ ਲਗਾਤਾਰ, ਤੇ ਤੁਸੀਂ ਖੁਦ ਕਿਸੇ ਨੂੰ ਧੱਕਾ ਦੇ ਰਹੇ ਹੋਗੇ। ਉਹਨਾਂ ਤੇ ਵਿਸ਼ਵਾਸ ਕਰੋ, ਭਰੋਸਾ ਕਰੋ, ਔਰ ਫਿਰ ਦੇਖੋ। ਤੇ ਮੇਰਾ ਖਿਆਲ ਹੈ ਖੁੱਲ੍ਹਣਾ ਜ਼ਰੂਰ ਚਾਹੀਦਾ। ਸੈਂਟੀਮੈਂਟਸ ਦਾ ਸਵਾਲ ਨਹੀਂ ਹੈ ਇਕੱਲਾ, ਇੱਕ ਦੇਸ਼ ਸੂਬੇ ਦੀ ਆਟੋਨਮੀ ਦਾ, ਭਾਸ਼ਾ ਦਾ, ਇੱਕ ਸੱਭਿਆਚਾਰ ਦਾ, ਉਹਦਾ ਸਾਰਾ ਇਹ ਇੱਕ ਉਸ ਕਿਸਮ ਦਾ ਹੈ ਜਿਹੜੀ ਸੰਘੀ ਢਾਂਚੇ ਦਾ, ਉਸ ਦਾ ਵੀ ਸਾਰਾ ਹੈ ਕਿ ਹਰ ਗੱਲ ਦਿੱਲੀੋਂ ਨਹੀਂ ਚੱਲੂਗੀ। ਪੰਜਾਬ ਦੀ ਆਪਣੀ ਜਿਹੜੀ ਪ੍ਰਭੂਸੱਤਾ ਆ, ਆਟੋਨਮੀ ਹੈਗੀ ਆ, ਸਵੈਤਤਾ ਹੈਗੀ ਆ, ਉਸ ਦਾ ਵੀ ਸਵਾਲ ਹੈ। ਮੇਰਾ ਖਿਆਲ ਹੈ ਕਿ ਕੈਪਟਨ ਸਾਹਿਬ ਇਸ ਤੇ ਜਿਹੜਾ ਆਪਣੀ ਜਿਹੜਾ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਬਿਲਕੁਲ ਤੁਸੀਂ ਉਹੀ ਗੱਲ ਕਹਿਣ ਲੱਗੇ ਜਿਹੜੀ ਮੇਰੇ ਮੂੰਹ ਦੀ ਗੱਲ ਤੁਸੀਂ ਬਿਲਕੁਲ ਕਹੀ ਹੈ ਕਿ ਕੈਪਟਨ ਸਾਹਿਬ ਨੂੰ ਉਹਨਾਂ ਦਾ ਪਤਾ ਨਹੀਂ, ਕਦੀ ਉਹਨਾਂ ਦਾ ਫੌਜੀ ਮਾਈਂਡ ਚੱਲ ਪੈਂਦਾ, ਕਦੀ ਉਹਨਾਂ ਦਾ ਸਿੱਖ ਮਾਈਂਡ ਚੱਲ ਪੈਂਦਾ, ਕਦੀ ਚੀਫ ਮਿਨਿਸਟਰ ਵਾਲਾ, ਕਦੀ ਰਾਜੇ ਵਾਲਾ, ਕੋਈ ਨਹੀਂ, ਕਈ ਮਾਈਂਡ ਆ, ਕਈ ਉਹਨਾਂ ਨੇ ਹਥਿਆਰ ਰੱਖੇ ਕਿਹੜੇ ਮਰਜ਼ੀ ਛੁਰਲੀ ਕੱਢ ਦਿੰਦੇ ਆ। ਤੇ ਇਸ ਗੱਲ ਤੇ ਇਹ ਫੌਜੀ ਵਾਲਾ ਚੱਲ ਪਊਗਾ ਲਦਾਖ ਦੇ ਹੈ ਨਾ ਕੰਟੈਕਸ ਵਿੱਚ, ਜਾਂ ਸਿੱਖੀ ਵਾਲਾ ਚੱਲੂਗਾ। ਜੇ ਸਿੱਖੀ ਵਾਲਾ ਫਾਇਰ ਚੱਲ ਗਿਆ ਤਾਂ ਫਿਰ ਉਹ ਕਹਿਣਗੇ ਨਹੀਂ ਜੀ ਅਸੀਂ ਖੋਲਾਂਗੇ। ਹਾਂ, ਜੇ ਦੂਜਾ ਚੱਲ ਗਿਆ ਤੇ ਫਿਰ ਉਹ ਕਹਿਣਗੇ ਨਹੀਂ, ਚੁੱਪ ਵੀ ਰਹਿ ਸਕਦੇ ਆ। ਤੇ ਇਸ ਕਰਕੇ ਮੇਰਾ ਖਿਆਲ ਹੈ ਜਿਹੜਾ ਜੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਸੈਂਟੀਮੈਂਟਸ ਦਾ ਖਿਆਲ ਰੱਖਣਾ ਤਾਂ ਉਹਨਾਂ ਨੂੰ ਜ਼ਰੂਰ ਇਸ ਗੱਲ ਤੇ ਇੰਟਰਵੀਨ ਕਰਨਾ ਚਾਹੀਦਾ, ਔਰ ਦਿੱਲੀ ਨੂੰ ਤੁਰੰਤ ਲਿਖਣਾ ਚਾਹੀਦਾ ਕਿ ਠੀਕ ਆ 5-7 ਦਿਨ ਜਿਹੜੇ ਤੁਸੀਂ ਲਾਉਣੇ ਲਾ ਲਓ, ਪਰ ਐਵੇਂ ਟੁੱਚਰਾ ਨਾ ਡਾਓ। ਬਿਲਕੁਲ। ਇਸ ਦੇ ਵਿੱਚ ਜਦ ਬਾਕੀ ਸਾਰੇ ਧਾਰਮਿਕ ਸਥਾਨ ਖੁੱਲ ਰਹੇ ਨੇ ਤਾਂ ਉਸ ਦੇ ਵਿੱਚ ਵੀ ਇਹ ਕਹਿ ਸਕਦੇ ਨੇ ਕਿ ਇੰਨੇ ਸ਼ਰਧਾਲੂ ਨਹੀਂ, ਘੱਟ ਸ਼ਰਧਾਲੂ ਜਾਣਗੇ, ਉਹਨਾਂ ਲਈ ਤਿਆਰੀਆਂ ਕਰ ਸਕਦੇ ਨੇ। ਉਹਨਾਂ ਲਈ ਵੀ ਜਿਹੜਾ ਜਿਸ ਤਰੀਕੇ ਨਾਲ ਇਹ ਬਾਕੀ ਧਾਰਮਿਕ ਸਥਾਨਾਂ ਦੇ ਲਈ ਇਹਨਾਂ ਨੇ ਹੋਰ ਤਿਆਰੀਆਂ ਕੀਤੀਆਂ ਨੇ, ਇਹਨਾਂ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ, ਉਸ ਲਈ ਵੀ ਕਰ ਸਕਦੇ ਨੇ ਇਹ। ਨਾਲੇ ਇਹੋ ਜਿਹਾ ਕੋਈ ਵੀ ਜਦੋਂ ਬਿਆਨ ਹਾਂ ਨਾ ਦਾ ਦੇਣਾ, ਮੇਰਾ ਖਿਆਲ ਹੈ ਕਿ ਪੰਜਾਬ ਨੂੰ ਕੰਸਲਟ ਕਰਨਾ ਚਾਹੀਦਾ। ਤੁਸੀਂ ਕੌਣ ਹੁੰਦੇ ਆ ਇੱਥੇ? ਹਾਂ, ਤੁਸੀਂ ਹਰ ਕਿਸੇ ਦੇ ਬਿਹਾਫ ਤੇ ਇਹੋ ਜਿਹਾ ਉੱਤੋਂ ਸਟੇਟਮੈਂਟ ਨਾ ਦੇ ਦਿੰਦੇ ਇੰਜ ਨਹੀਂ ਇੰਜ, ਕਿ ਇੱਥੇ ਸੰਘੀ ਢਾਂਚਾ ਕੁਛ ਮਾੜਾ ਮੋਟਾ ਉਹਦੇ 'ਚ ਸਾਥ ਰਹਿ ਵੀ ਗਿਆ ਕਿ ਖਤਮ ਕਰਤਾ ਬਿਲਕੁਲ ਹੀ। ਇਸ ਗੱਲ ਦਾ ਮੈਨੂੰ ਬੜਾ ਦੁੱਖ ਨਾਲ ਕਹਿਣਾ ਪੈਂਦਾ ਆ ਕਿ ਜਿੱਥੇ ਤੁਹਾਡੇ ਸੂਬਿਆਂ ਦੇ ਹੱਕ ਹਕੂਕ, ਸੂਬਿਆਂ ਦੀ ਰਾਜਨੀਤੀ, ਸੂਬਿਆਂ ਦੇ ਕੋਈ ਵੀ ਹਿੱਤਾਂ ਦੀ ਗੱਲ ਹੁੰਦੀ ਆ, ਦਿੱਲੀੋਂ ਕੋਈ ਫਰਮਾਨ ਆ ਜਾਂਦਾ ਕਿ ਇੰਜ ਨਹੀਂ ਇੰਜ ਹੋਊਗਾ। ਠੀਕ ਹੈ, ਇੰਟਰਨੈਸ਼ਨਲ ਮਾਮਲਾ, ਪਰ ਯੂ ਟੇਕ ਇਨਟੂ ਕੌਨਫੀਡੈਂਸ ਦ ਸਟੇਟ। ਤੁਸੀਂ ਇਸ ਸੂਬੇ ਨੂੰ ਵੀ ਤੁਹਾਨੂੰ ਭਰੋਸਾ, ਕੋਈ ਵੀ ਬਿਆਨ ਦੇਣ ਤੋਂ ਪਹਿਲਾਂ, ਹਾਂ ਨਾ ਕਰਨ ਤੋਂ ਪਹਿਲਾਂ ਭਰੋਸੇ ਚਲਾਓ, ਤਾਂ ਹੀ ਇਹ ਦੇਸ਼ ਦਾ ਮਤਲਬ ਉਹ ਸੰਘੀ ਢਾਂਚਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਖੜਾ ਰਹੂਗਾ। ਨਹੀਂ ਤੇ ਜੋ ਅੱਜ ਦੇ ਹਾਲਾਤ ਆ ਉਹ ਤੇ ਮੈਨੂੰ ਨਹੀਂ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਸਵੀਪਿੰਗ ਸਾਰਾ ਕੁਝ ਚੱਲ ਰਿਹਾ। ਬਿਲਕੁਲ ਪ੍ਰੋਫੈਸਰ, ਇੱਕ ਹੋਰ ਜੇ ਅਹਿਮ ਮੁੱਦੇ ਤੇ ਗੱਲ ਕਰ ਲਈਏ ਤੇ ਆਲ ਪਾਰਟੀ ਮੀਟਿੰਗ ਜਿਹੜੀ ਆ ਉਹ ਹੋਈ ਆ, ਤੇ ਉਹ ਜਿਹੜਾ ਕੇਂਦਰ ਦਾ ਆਰਡੀਨੈਂਸ ਆ ਉਸ ਨੂੰ ਕਿਸਾਨ ਵਿਰੋਧੀ ਦੱਸਦੇ ਹੋਏ ਮਤਾ ਪਾਸ ਕੀਤਾ ਗਿਆ। ਇਸ ਉੱਤੇ ਕਾਫੀ ਜਿਹੜਾ ਰੌਲਾ ਪਿਆ। ਕੈਪਟਨ ਕਹਿੰਦੇ ਨੇ ਕਿ ਹਾਂ ਸਾਰੀਆਂ ਪਾਰਟੀਆਂ ਬੀਜੇਪੀ ਨੂੰ ਛੱਡ ਕੇ ਸੈਂਟਰ 'ਚ ਜਾਣਗੀਆਂ, ਗੱਲਬਾਤ ਕਰਨਗੀਆਂ। ਉਸ ਤੋਂ ਬਾਅਦ ਵਿੱਚ ਸੁਖਬੀਰ ਸਿੰਘ ਬਾਦਲ ਪ੍ਰੈਸ ਕਾਨਫਰੰਸ ਕਰਦੇ ਨੇ, ਆਲ ਪਾਰਟੀ ਮੀਟਿੰਗ ਦੀ ਜਿਹੜੀ ਹੈ ਉਹ ਕਲਿੱਪ ਕੱਢ ਕੇ ਦਿਖਾਉਂਦੇ ਨੇ ਕਿ ਅਜਿਹਾ ਕੁਛ ਅਸੀਂ ਕਿਹਾ ਹੀ ਨਹੀਂ ਹੈਗਾ। ਤੇ ਉਹ ਇੱਕ ਅਕਾਲੀ ਦਲ ਇੱਥੇ ਕਾਫੀ ਫਸਿਆ ਹੋਇਆ ਨਜ਼ਰ ਆ ਰਿਹਾ। ਨਹੀਂ, ਅਕਾਲੀ ਦਲ ਨੇ ਤੇ ਸਹੁੰ ਖਾਧੀ ਆ ਵੀ ਫਸਣਾ ਹੀ ਫਸਣਾ, ਵੀ ਮਤਲਬ ਇਹੋ ਜਿਹੀ ਜਿੱਲਣ ਦੇ ਵਿੱਚ ਆਪਣੇ ਆਪ ਨੂੰ ਧੱਕ ਲਿਆ। ਮਿਹਨਤ ਕਰਕੇ ਗਏ ਆ ਜਿੱਲਣ 'ਚ। ਜਿੱਲਣ ਸਮਝਦੇ ਤੁਸੀਂ ਜਿਹੜੀ ਮਾਰਸ਼ੀ ਲੈਂਡ ਹੁੰਦੀ ਆ, ਉਹ ਕਈ ਵਾਰੀ ਇਹੋ ਜਿਹੀ ਹੁੰਦੀ ਆ ਕਿ ਜਿੰਨੀ ਤੁਸੀਂ ਨਿਕਲਣ ਦੀ ਕੋਸ਼ਿਸ਼ ਕਰਦੇ ਥੱਲੇ ਹੋਰ ਧੱਸਦੇ ਜਾਂਦੇ ਆ। ਇਸ ਕਰਕੇ ਇਹ ਤਾਂ ਕੋਈ ਕਰੇਨ ਪਾ ਕੇ ਇਹਨਾਂ ਨੂੰ ਕੱਢੇ, ਰੱਬੋਂ ਹੀ ਕੱਢੇ, ਜਾਂ ਇਹ ਆਪਣੇ ਆਪ ਨੂੰ ਕਿਸੇ ਢੰਗ ਨਾਲ ਕੋਸ਼ਿਸ਼ ਕਰਨ ਤਾਂ ਨਿਕਲ ਸਕਦੇ ਆ। ਇਹ ਅਕਾਲੀ ਦਲ ਨਹੀਂ, ਇਹ ਦੁਬਦਾ ਦਲ ਆ। ਹਰ ਗੱਲ ਤੇ ਦੁਬਦਾ ਹੈ ਇਹਨਾਂ ਦੀ। ਧਾਰਾ 370 ਹਟਾਉਣ ਤੇ ਦੁਬਦਾ, ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਜਦੋਂ ਪਾਸ ਕਰਨਾ ਸੀ ਉਹਦੇ ਤੇ ਦੁਬਦਾ, ਸਿੱਖਾਂ ਲਈ ਜਿਹੜੇ ਅਫਗਾਨਿਸਤਾਨ ਤੋਂ ਆਏ ਆ ਉਹਨਾਂ ਲਈ ਅਸੀਂ ਇਸ ਕਰਕੇ ਸਪੋਰਟ ਕਰਤੀ, ਪਰ ਨਾਲ ਹੀ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਮੁਸਲਮਾਨਾਂ ਨੂੰ ਵੀ ਇੱਥੇ ਡਬਲ ਸਟੈਂਡਰਡ ਰੱਖਿਆ ਜਾਂਦਾ ਹਮੇਸ਼ਾ, ਕਿ ਸੈਂਟਰ ਦਾ ਵੀ ਪੱਖ ਰੱਖਣਾ ਪੈਂਦਾ ਉਹਨਾਂ ਨੂੰ, ਤੇ ਸੂਬੇ 'ਚ ਪੰਜਾਬ ਦੇ ਲੋਕਾਂ ਨੂੰ ਵੀ ਇਹ ਦਿਖਾਉਣਾ ਹੈਗਾ ਆ ਕਿ ਅਸੀਂ ਤੁਹਾਡੇ ਨਾਲ ਆ। ਬਿਲਕੁਲ। ਇਸ ਕਰਕੇ ਇਹ ਜਿਹੜੇ ਦੋ ਬੇੜੀਆਂ 'ਚ ਪੈਰ ਰੱਖਣੇ ਲਗਾਤਾਰ, ਤੇ ਇਸ ਦੇ ਉੱਤੇ ਵੀ ਬਿਲਕੁਲ ਐਨ ਇਹਨਾਂ ਨੇ ਆਪਣਾ ਜਾਣੀ ਬਚਗਾਨਾ ਲੱਗਦਾ, ਪੋਲੀਟੀਕਲੀ ਬਹੁਤ ਹੀ ਇਮੈਚੁਰ ਸਟੈਂਡ ਲੱਗਦਾ। ਔਰ ਮੈਨੂੰ ਲੱਗਦਾ ਇਹ ਦੁਬਿਧਾ 'ਚ ਉਹਨਾਂ ਨੂੰ ਨਿਕਲਣਾ ਚਾਹੀਦਾ। ਦਿੱਲੀ ਤੋਂ ਕਿਹੜੀ ਐਡੀ ਗੱਲ ਹੈ, ਜਾਂ ਤੇ ਫਿਰ ਕੋਈ ਇਹਨਾਂ ਦੀਆਂ ਇਹੋ ਜਿਹੀਆਂ ਫਾਈਲਾਂ ਉਹਨਾਂ ਨੇ ਦਬਾ ਲਈਆਂ ਹੋਈਆਂ, ਜਿਵੇਂ ਰਾਜੇ ਬਾਰੇ ਵੀ ਇਹੋ ਕਹਿੰਦੇ ਆ, ਕੈਪਟਨ ਸਾਹਿਬ ਬਾਰੇ ਵੀ ਇਹੋ ਕਹਿੰਦੇ ਕਿ ਕੁਛ ਉਹਨਾਂ ਦੀਆਂ ਫਾਈਲਾਂ ਪਰਿਵਾਰ ਦੀਆਂ ਹੈਗੀਆਂ, ਜਦੋਂ ਇਹ ਥੋੜ੍ਹਾ ਤਿੱਖਾ ਜਾਂ ਪੰਜਾਬ ਦੇ ਹਿੱਤ ਦੇ ਵਿੱਚ ਕੋਈ ਜ਼ਿਆਦਾ ਗੱਲ ਕਰਨ ਲੱਗਦੇ, ਉਹ ਫਾਈਲ ਨੂੰ ਮਾੜਾ ਜਿਹਾ ਹਿਲਾ ਦਿੰਦੇ, ਖੋਲ ਕੇ ਉੱਥੋਂ ਹੀ ਦਿਖਾ ਦਿੰਦੇ। ਅੱਜ ਕੱਲ੍ਹ ਤੇ ਵੀਡੀਓ ਕਾਨਫਰੰਸ ਰਾਹੀਂ ਵੀ ਆਹ ਦੇਖ ਲਓ, ਫਾਈਲ ਦਿਖਾ ਦਿੰਦੇ ਉਹਨਾਂ ਨੂੰ ਮਾੜੀ ਜੀ ਹਿਲਾ ਕੇ ਵੀ ਆਹ ਦੇਖ ਲਓ ਆ, ਤੇ ਉੱਥੇ ਹੀ ਉਹ ਆਪਣਾ ਥੱਲੇ ਬੈਠ ਜਾਂਦੇ ਆ, ਜਿਵੇਂ ਝੱਗ ਬਹਿ ਜਾਂਦੀ ਹੈ। ਇਸ ਕਰਕੇ ਇਹਨਾਂ ਦਾ, ਅਕਾਲੀਆਂ ਦਾ ਇਹ ਦੁਬਿਧਾ ਦੇ ਵਿੱਚ ਰਹਿਣਾ ਲਗਾਤਾਰ ਇਹਨਾਂ ਦੀ ਪਾਰਟੀ ਲਈ ਤੇ ਪੰਜਾਬ ਲਈ, ਮੈਂ ਇਹ ਕਹੂੰਗਾ ਬਹੁਤ ਜ਼ਿਆਦਾ ਨੁਕਸਾਨ ਆ। ਦੇਖੋ ਤੁਸੀਂ ਪਾ ਲਾ ਕੇ ਜੇ ਦੇਖੋ ਪੰਜਾਬ ਦੇ ਕੋਲ ਕਿਹੜੀ ਰੀਜਨਲ ਪਾਰਟੀ ਜਿਹੜੀ ਪੰਜਾਬ ਦੀਆਂ ਐਸਪੀਰੇਸ਼ਨਸ ਨੂੰ ਟਰਾਂਸਲੇਟ ਕਰੇ, ਇਹੀ ਹੈ।
ਹੋਰ ਕਿਹੜੀ ਪਾਰਟੀ ਹੈ? ਕਾਂਗਰਸ ਤੇ ਜੋ ਦਿੱਲੀੋਂ ਕਹਿਣਗੇ ਉਹ ਚੱਲਣਗੇ। ਕਾਂਗਰਸ ਦਾ ਔਰ ਬੀਜੇਪੀ ਦਾ ਇੰਨਾ ਕੀ ਫਰਕ ਆ, ਇਹ ਜਰਾ ਦੂਜੇ ਤੀਜੇ ਗੇਅਰ 'ਚ ਚੱਲਦੇ, ਉਹ ਪੰਜਵੇਂ ਗੇਅਰ 'ਚ ਚੱਲਦੇ ਆ। ਡਾਇਰੈਕਸ਼ਨ ਇੱਕੋ ਹੀ ਹੈ, ਕੰਮ ਇੱਕੋ ਜਿਹੇ ਹੀ ਹੈਗੇ। ਉਹ ਐਵੇਂ 19-21 ਦਾ ਫਰਕ ਆ। ਮਤਲਬ ਉਹ ਸੌਫਟ ਕਮਿਊਨਲਿਜ਼ਮ ਆ, ਇਹ ਹਾਰਡ ਕਮਿਊਨਲਿਜ਼ਮ ਆ। ਇਹ ਧੜਕ ਹੋ ਕੇ ਸਾਰਾ ਕੁਝ ਕਰਦੇ ਆ, ਉਹ ਛਿਪੇ ਕਰਦੇ ਆ। ਅਸਲ 'ਚ ਜੇ ਪੰਜਾਬ ਦੇ ਹਿੱਤਾਂ ਦਾ, ਸੂਬਿਆਂ ਦੇ ਕੋਈ ਵੀ ਹਿੱਤ, ਸਾਊਥ ਸਟੇਟਾਂ ਦੇ ਹਿੱਤ ਹੋਣ, ਨਾਰਥ ਈਸਟ ਦੇ ਹਿੱਤ ਹੋਣ, ਕਿਹੜੇ ਵੀ ਜਿਹੜੇ ਸੂਬਿਆਂ ਦੇ ਹਿੱਤ ਆ, ਘੱਟ ਗਿਣਤੀਆਂ ਦੇ ਹਿੱਤ ਹੋਣ, ਤਾਂ ਉਹ ਅਕਾਲੀ ਦਲ ਉਹਨਾਂ ਦੇ ਨਾਲ ਇੱਕ ਮਤਲਬ ਜਕਜਹਿਤੀ ਵਾਲੀ ਇੱਕ ਤਕੜੀ ਫੋਰਸ ਸੀ, ਰੀਜਨਲ ਫੋਰਸ ਸੀ। ਇਹਨਾਂ ਮਾੜੀਆਂ ਜੀਆਂ 4 ਛਿੱਲੜਾਂ ਦੀ ਖਾਤਰ ਜਿਹੜੀਆਂ ਦਿੱਲੀ 'ਚ ਇਹਨਾਂ ਨੂੰ ਮਿਲਦੀਆਂ ਕੈਬਨਿਟ ਦੇ, ਖਾਸ ਕਰ ਵੀ ਬਾਹਰ ਸਿਮਰਤ ਕੌਰ ਬਾਦਲ ਲਈ, ਪੂਰਾ ਪੰਜਾਬ ਨੂੰ ਤੇ ਆਪਣੀ ਪਾਰਟੀ ਨੂੰ ਦਾਅ ਤੇ ਲਾਤਾ। ਇਹਦੇ ਨਾਲ ਇਹਨਾਂ ਨੂੰ ਬਹੁਤ ਨੁਕਸਾਨ ਹੋਇਆ। ਸੁਖਬੀਰ ਸਿੰਘ ਬਾਦਲ ਤਾਂ ਇਸ ਬਾਰੇ ਵੀ ਕਹਿੰਦੇ ਨਜ਼ਰ ਆਏ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਲਈ, ਪੰਜਾਬ ਦੇ ਕਿਸਾਨਾਂ ਦੇ ਲਈ ਜੇ ਸਾਨੂੰ ਕਿਸੇ ਤਰੀਕੇ ਦਾ ਵੀ ਸੈਕਰੀਫਾਈਸ ਕਰਨਾ ਪੈਂਦਾ ਹੈ ਜਿਹੜੀਆਂ, ਤਾਂ ਉਹ ਕਰਨਗੇ। ਗੱਲ ਸੁਣੋ ਕੌਮੀਤਾ, ਕਦੋਂ ਕਰਨੀ ਆ ਬਈ? ਉਹਨਾਂ ਦੇ 3 ਆਰਡੀਨੈਂਸ ਕਰਤੇ, ਪਾਰਲੀਮੈਂਟ ਵੀ ਨਹੀਂ ਡੀਕੀ। ਔਰ ਆਰਡੀਨੈਂਸ ਪੜ੍ਹ ਲੈਣ। ਅੱਜ ਵੀ ਤੋਮਰ ਦਾ ਬਿਆਨ ਆਇਆ, ਜਿਹੜੇ ਨਰਿੰਦਰ ਤੋਮਰ, 2 ਨਰਿੰਦਰ ਨੇ ਸਾਰੀ ਗੁੱਡੀ ਕਮਾਈ ਪਈ ਆ। ਇੱਕ ਨਰਿੰਦਰ ਮੋਦੀ ਨੇ ਤੇ ਇੱਕ ਨਰਿੰਦਰ ਤੋਮਰ ਨੇ, ਐਗਰੀਕਲਚਰ ਮਿਨਿਸਟਰ ਜਿਹੜੇ ਆ। ਇਹ ਤੋਮਰ ਉਹਨਾਂ ਦਾ ਬਿਆਨ ਹੈ ਕਿ ਅਸੀਂ MSP ਨਹੀਂ ਹਟਾ ਰਹੇ। ਸਾਰੇ ਬੀਜੇਪੀ ਦੇ ਧੂਤੇ ਬਣ ਕੇ ਜਾਣੀ ਵੱਡਾ ਰੌਲਾ ਪਾ ਰਿਹਾ। ਕੌਣ ਕਹਿੰਦਾ ਆ MSP ਹਟ ਰਹੀ ਆ? ਝੂਠ ਬੋਲ ਰਹੇ ਆ ਅਸੀਂ। ਤੇ ਅੱਜ ਵੀ ਤੋਮਰ ਨੇ ਬਿਆਨ ਦਿੱਤਾ, ਅਸੀਂ ਤੇ ਉਹਨਾਂ ਦੀ ਆਮਦਨ ਦੁੱਗਣੀ ਕਰਨ ਵਾਲੇ ਆ। ਇੰਨਾ ਝੂਠ ਬੋਲਣ ਦੀ ਟ੍ਰੇਨਿੰਗ ਹੈ ਇਹਨਾਂ ਦੇ ਜਿਹੜਾ ਉਹ ਹਿਟਲਰ ਦਾ ਗੋਬਲਸ ਸੀਗਾ ਪ੍ਰੋਪੇਗੈਂਡਾ ਮਿਨਿਸਟਰ, ਉਸ ਨੂੰ ਵੀ ਮਾਤ ਪਾ ਦਿੱਤੀ ਆ, ਗੋਬਲਸ ਨੂੰ ਵੀ। ਸੱਚੀ ਗੱਲ ਤੇ ਇਹ ਆ, ਇੰਨਾ ਝੂਠ। ਤੁਸੀਂ ਦੁੱਗਣੀ ਇਨਕਮ ਦੀ ਗੱਲ ਕਰਦੇ ਆ, ਸਵਾਮੀਨਾਥਨ ਕਮੇਟੀ ਦੀ ਗੱਲ ਕਰਦੇ ਆ, ਤੇ ਸੁਪਰੀਮ ਕੋਰਟ 'ਚ ਕਹਿੰਦੇ ਆ ਇਹ ਨਹੀਂ ਲਾਗੂ ਹੋ ਸਕਦੀ। ਜਿੱਥੇ ਅਸਲੀ ਕਲਿੰਚ ਹੋਣਾ ਆ, ਜਿੱਥੇ ਤੁਸੀਂ ਹਾਂ ਕਰਨੀ ਆ, ਉੱਥੇ ਨਾ ਕਰ ਦਿੰਦੇ ਆ। ਇਸੇ ਤਰੀਕੇ ਨਾਲ ਹੁਣ ਵੀ ਕਹੀ ਜਾਂਦੀ ਕਿ ਅਸੀਂ ਤੇ ਕਿਸਾਨਾਂ ਦੀ ਦੁੱਗਣੀ ਇਨਕਮ ਕਰਨੀ ਆ। ਮੈਨੂੰ ਉਹ ਲੱਗਦਾ ਆ, ਉਹ ਇੱਕ ਪੰਜਾਬੀ ਦੀ ਕਹਾਵਤ ਆ, ਉਹ ਕਵੇ ਨੱਥ ਕਢਾਉਣ ਨੂੰ, ਉਹ ਉਹਦਾ ਨੱਕ ਵਢਾਉਣ ਨੂੰ ਫਿਰੇ। ਉਹ ਕਹਿੰਦੀ ਮੈਨੂੰ ਨੱਥ ਕਢਾ ਦੇ, ਉਹਨੂੰ ਦੇਖ ਰਿਹਾ ਵੀ ਇਹ ਤਾਂ ਨੱਕੇ ਹੀ ਨਾ ਛੱਡਣਾ ਮੈਂ। ਉਹ ਇਹ ਕਹਿ ਰਿਹਾ ਕਿ ਅਸੀਂ ਇਨਕਮ ਦੁੱਗਣੀ ਕਰਨੀ ਆ। ਤੇ ਹਾਲਤ ਇਹ ਬੜੀ ਵੀ ਜ਼ਿਮੀਂਦਾਰ ਨੂੰ ਜਿਹੜੇ 4 ਸਿਆੜ ਬਚੇ ਆ, ਉਹਦੇ ਤੇ ਟਿਕੇ ਰਹਿਣ ਦੀ ਮੁਸੀਬਤ ਬਣੀ ਹੋਈ। ਉਹ ਸਾਨੂੰ ਇਹ ਲੱਗਦਾ ਕਿ ਉਹਦੀਆਂ ਜ਼ਮੀਨਾਂ ਵਿਕ ਕੇ ਉਸੇ ਹੀ ਜ਼ਮੀਨ ਤੇ ਜੋ ਕੱਲ੍ਹ ਨੂੰ ਹੋਰ 5-4 ਸਾਲਾਂ ਨੂੰ ਐਗਰੀਕਲਚਰ ਲੇਬਰ ਦੇ ਤੌਰ ਤੇ, ਖੇਤੀ ਮਜ਼ਦੂਰਾਂ ਦੇ ਤੌਰ ਤੇ ਨਾ ਕੰਮ ਕਰਦੇ ਹੋਣਗੇ। ਤੁਸੀਂ ਮੈਨੂੰ ਸਵਾਲ ਕਰਿਓ, ਜੋ ਅੱਜ ਦੀਆਂ ਨੀਤੀਆਂ ਜੇ ਇਸੇ ਸਪੀਡ 'ਚ, ਇਸੇ ਡਾਇਰੈਕਸ਼ਨ 'ਚ ਜਾਰੀ ਰਹੀਆਂ। ਇੱਕੋ ਗੱਲ ਕਰਨ ਅਕਾਲੀ ਦਲ ਜੇ ਕਰ ਸਕਦੇ, ਸਾਰੀਆਂ ਗੱਲਾਂ ਛੱਡ ਦਿਓ। ਐਸ ਆਰਡੀਨੈਂਸ ਇੱਕ ਲਾਈਨ ਲਿਖਾ ਦੇਣ ਕਿ MSP ਤੇ ਜਾਰੀ ਰਹੂਗੀ, ਇਹ 'ਚ ਠੀਕ ਹੈਗੀ, ਕੋਈ ਦੋ ਰਾਏ ਨਹੀਂ ਹੈ। ਜੇ ਓਪਨ ਮਾਰਕੀਟ ਦੇ ਵਿੱਚ ਕਿਸਾਨਾਂ ਦਾ ਕੋਈ ਵੀ ਮਾਲ ਜਿਹਦੀ MSP ਦੀ ਲਿਸਟ ਜਾਰੀ ਹੁੰਦੀ ਹੈ, ਜਿਵੇਂ ਹਰ ਸਾਲ ਇੰਨੇ ਸਾਲਾਂ ਤੋਂ ਹੁੰਦੀ ਆ ਰਹੀ ਹੈ, ਜੇ ਉਹ ਨਹੀਂ ਖਰੀਦਿਆ ਜਾਂਦਾ, ਉਹਨਾਂ ਦੀ ਅਨਾਜ ਜਾਂ ਹੋਰ ਜਿਹੜੀ ਆ ਪ੍ਰੋਡਕਸ਼ਨ ਨਹੀਂ ਖਰੀਦੀ ਜਾਂਦੀ ਪ੍ਰੋਡਿਊਸ, ਤਾਂ ਸਰਕਾਰ ਉਹਦੀ ਜਾਮਨ ਆ, ਇੱਕ ਦਾਣਾ ਜਾਂ ਇੱਕ ਚੀਜ਼ ਸਰਕਾਰ ਚੁੱਕੂਗੀ ਉਸ MSP ਦੇ ਘੱਟੋ ਘੱਟ। ਇਹ ਲਿਖ ਦੇਣ ਇੱਕ ਲਾਈਨ, ਗੱਲ ਹੀ ਖਤਮ, ਕੋਈ ਰੌਲਾ ਨਹੀਂ। ਇੱਕ ਚੀਜ਼ ਹੋਰ ਪ੍ਰੋਫੈਸਰ ਸਾਹਿਬ ਜਿਹੜੀ ਸਾਹਮਣੇ ਆ ਰਹੀ ਹੈ, ਅਕਾਲੀ ਦਲ ਕਹਿ ਰਿਹਾ ਕਿ ਜਿਸ ਚੀਜ਼ ਦਾ ਵਿਰੋਧ ਕਰ ਰਹੇ ਜਾਂ ਕਾਂਗਰਸ, ਜਦੋਂ 2017 ਚ ਇਹ ਆਏ ਸਨ ਤਾਂ ਉਹੀ ਚੀਜ਼ ਇਹ ਲੈ ਕੇ ਆਏ ਸਨ। ਨਹੀਂ, ਉਹਨਾਂ ਨੇ ਦੇਖੋ, ਮੈਂ ਤਾਂ ਇਹ ਗੱਲ ਕਹਿੰਦਾ, ਕਾਂਗਰਸ ਘੱਟ ਨਹੀਂ ਹੈ। ਬੀਜੇਪੀ ਐਡੀ ਸ਼ੈਤਾਨ ਹੈ, ਉਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਦਿੱਲੀ ਤੋਂ ਬਾਅਦ ਵਿੱਚ ਐਲਾਨਣੀਆਂ ਹੁੰਦੀਆਂ, ਉਹ ਕੈਪਟਨ ਤਾਂ ਹੀ ਪਹਿਲਾਂ ਵੀ ਕਰਵਾਉਂਦੇ ਆ। ਬਹੁਤ ਸਾਰੇ ਐਲਾਨ ਤੁਸੀਂ ਜੇ ਪਿਛਲੀਆਂ ਸੀਕੁਐਂਸ ਦੇਖੋਗੇ, ਈਵਨ ਮਤਲਬ ਜਿਹੜੀ ਆ ਹੋਣ ਵਾਲਾ ਜਿਹੜਾ ਲਾਕਡਾਊਨ ਲਾਉਣਾ ਸੀਗਾ, ਪਹਿਲਾਂ ਜਨਤਾ ਲਾਕਡਾਊਨ ਤੋਂ ਬਾਅਦ 24 ਨੂੰ ਲੱਗਾ ਤੇ ਕੈਪਟਨ ਨੇ ਕੰਟੀਨਿਊ ਰੱਖਿਆ। ਇਹਦੇ ਕੰਨ 'ਚ ਫੂਕ ਮਾਰਤੀ ਹੋਣੀ ਆ ਵੀ ਹੁਣ ਅਸੀਂ ਆਹ ਕਰ ਲੱਗੇ ਆ, ਤੂੰ ਕੰਟੀਨਿਊ ਰੱਖ, ਤਾਂ ਕਿ ਅਸੀਂ ਥੋੜ੍ਹਾ ਜਿਹਾ ਤਜਰਬਾ ਕਰ ਲਈਏ। ਇਹ ਲਗਾਤਾਰ ਹੋਰ ਤੋਂ ਬਹੁਤ ਸਾਰੇ ਇਸ਼ੂਜ਼ ਦੇ ਉੱਤੇ ਮੈਂ ਨੋਟ ਕਰਦਾ ਹਾਂ ਕਿ ਜੋ ਗੱਲ ਦਿੱਲੀ ਨੇ ਬਾਅਦ ਵਿੱਚ ਕਰਨੀ ਹੁੰਦੀ ਉਹ ਕੈਪਟਨ ਤੋਂ ਪਹਿਲਾਂ ਕਰਾਉਂਦੇ। ਇਸ ਕਰਕੇ ਕਾਂਗਰਸ ਕੋਈ ਘੱਟ ਨਹੀਂ ਹੈ। ਇਹਨਾਂ ਨੇ ਜਿਹੜੀ ਸਾਡੀ ਮੰਡੀ APMC ਜਿਹੜਾ ਮੰਡੀ ਬੋਰਡ ਦਾ ਐਕਟ ਹੈਗਾ ਆ, ਉਸ ਨੂੰ ਇਹਨਾਂ ਨੇ ਅਮੈਂਡ ਕਰਵਾਇਆ ਔਰ ਉਹਦੇ ਵਿੱਚ ਫੜੇ ਜਿਹੜੇ ਪ੍ਰਾਈਵੇਟ ਲੋਕਾਂ ਨੂੰ ਜਗ੍ਹਾ ਦਿੱਤੀ, ਹੋਰ ਦਿੱਤੀ, ਪਰ ਉਹ ਬਹੁਤਾ ਚੱਲਿਆ ਨਹੀਂ। ਅਦਾਨੀ ਨੇ ਥੋੜ੍ਹੇ ਸਾਈਲੋਜ਼ ਉਹ ਮੋਗੇ ਦੇ ਨੇੜੇ ਬਣਾਏ ਵੀ ਹੈਗੇ, ਲਾਈਨ ਵੀ ਬਣਾਈ ਆ, ਹੋਰ ਕੋਸ਼ਿਸ਼ ਇਹਨਾਂ ਨੇ ਕੀਤੀ ਹੈ। ਪਰ ਜਿਹੜਾ ਸਾਰੇ ਦੇਸ਼ ਹੁਣ ਲੌਕ ਸਟਾਕ ਐਂਡ ਬੈਰਲ ਕਿ ਪਿੱਛੇ ਹੀ ਹਟ ਜਾਣਾ ਸਾਰੀ ਗੱਲ ਨੂੰ। ਇੱਕ ਹੁੰਦਾ ਕਿ ਕਿਸੇ ਨੂੰ ਥੋੜ੍ਹੀ ਜਗ੍ਹਾ ਦੇਣੀ, ਇੱਕ ਹੁੰਦਾ ਕਿ ਤੁਸੀਂ ਹਟਾ ਹੀ ਦੇਣਾ ਸਾਰੀ ਚੀਜ਼ ਨੂੰ ਹੀ, ਸਿਸਟਮ ਨਹੀਂ ਹਟਾ ਦੇਣਾ। ਜਿਹੜਾ ਹੁਣ ਅਟੈਕ ਆ, ਹੁਣ ਉਹਦੇ ਨਾਲੋਂ ਕਈ ਜ਼ਿਆਦਾ ਗੁਣਾ ਜੋ ਇਹ ਰਾਇਤਾਂ ਦੇ ਰਹੇ ਸੀ ਪ੍ਰਾਈਵੇਟ ਨੂੰ, ਇਹ 2017 'ਚ ਪੰਜਾਬ ਦੀ ਕਾਂਗਰਸ ਗਵਰਨਮੈਂਟ ਦੇ ਰਹੀ ਸੀ, ਔਰ ਜੋ ਆਰਡੀਨੈਂਸ ਦਿੱਲੀੋਂ 3 ਆਰਡੀਨੈਂਸ ਜਾਰੀ ਹੋ ਗਏ, ਹੋਲਡਰ ਜਾਰੀ ਰਹਿਣਗੇ,
ਵੱਡੇ ਪੱਧਰ ਤੇ ਜ਼ਖੀਰੇਬਾਜ਼ੀ ਹੋ ਜਾਊਗੀ। ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ ਆ 1955 ਉਹਨੂੰ ਚੇਂਜ ਕਰਨ ਦੀ ਕੀ ਲੋੜ ਸੀ? ਉਹ ਤੇ ਇਸੇ ਗੱਲ ਤੇ ਕਿ ਜ਼ਖੀਰੇਬਾਜ਼ੀ ਨਹੀਂ ਹੋਊਗੀ, ਉਹਨੂੰ ਚੇਂਜ ਕਰਤਾ। ਇਹਦਾ ਮਤਲਬ ਹੈ ਕਿ ਇਹ ਜਿਹੜੀ ਗਵਰਨਮੈਂਟ ਹੋਣ ਵਾਲੀ ਹੈਗੀ ਹੈ ਉਹ ਜਿਵੇਂ ਅਸੀਂ ਹਮੇਸ਼ਾ ਹੀ ਸਮਝਦੇ ਸੀ ਕਿ ਵਪਾਰੀਆਂ ਦੀ ਗਵਰਨਮੈਂਟ ਆ ਤੇ ਵਪਾਰੀਆਂ ਦਾ ਐਨ ਵਾਰੇ ਨਿਆਰੇ ਹੋਣਗੇ ਔਰ ਕਿਸਾਨ ਪਰ ਇਸ ਸਭ ਉੱਜੜੂਗਾ। ਦੇ ਵਿੱਚ ਪੰਜਾਬ ਦੇ ਲੋਕਾਂ ਦਾ, ਕਿਸਾਨਾਂ ਦਾ ਖਾਸ ਤੌਰ ਤੇ ਵੱਡਾ ਨੁਕਸਾਨ ਹੈਗਾ। ਬਿਲਕੁਲ ਹੋਊਗਾ। ਔਰ ਅਕਾਲੀ ਦਲ ਇਸ ਦੁਬਦਾ ਤੋਂ, ਇਸ ਬੇਵਕੂਫ ਵਾਲੇ ਸਟੈਂਡ ਤੋਂ ਬਾਹਰ ਆਵੇ। ਇਹ ਬਿਲਕੁਲ ਹੀ ਸਮਝਦਾਰੀ ਦਾ ਸਟੈਂਡ ਨਹੀਂ ਹੈਗਾ। ਉਸ ਨੂੰ ਸਾਰੇ ਨੂੰ ਪੜ੍ਹ ਕੇ ਮੀਟਿੰਗ 'ਚ ਕੀ ਕਹਿੰਦੇ, ਮੈਂ ਲਾਸਟ ਗੱਲ ਕਹਿਣੀ ਚਾਹੁੰਦਾ, ਮੀਟਿੰਗ 'ਚ ਕਹਿੰਦੇ ਜੀ ਆਹ ਗੱਲਾਂ ਤੇ ਅਸੀਂ ਸਹਿਮਤ ਹਾਂ। ਉਹਨਾਂ ਨੇ ਵੀਡੀਓ ਵੀ ਜਾਰੀ ਕਰਤੀ। ਉਹਨਾਂ ਨੇ ਜਾ ਕੇ ਪ੍ਰੈਸ ਦੇ ਵਿੱਚ ਕਹਿ ਦਿੱਤਾ ਕਿ ਅਕਾਲੀ ਦਲ ਵੀ ਸਾਡੇ ਨਾਲ ਜਾ ਰਿਹਾ। ਉਹ ਕਹਿੰਦੇ ਜੀ ਅਸੀਂ ਤੇ ਇਹ ਆਰਡੀਨੈਂਸ ਦੇ ਤੇ ਬਿਲਕੁਲ ਹੱਕ 'ਚ ਆ, ਜਿਹੜੀਆਂ ਅੰਦਰ ਤੁਸੀਂ ਗੱਲਾਂ ਕਰਦੇ ਸੀਗੇ ਉਹਦੇ ਵੀ ਅਸੀਂ ਹੱਕ 'ਚ ਆ। ਦੁਬਿਧਾ ਹੋ ਗਈ ਨਾ, ਤਾਂ ਮੈਂ ਕਹਿੰਦਾ ਇਹ ਅਕਾਲੀ ਦਲ ਨਹੀਂ ਹੈ, ਦੁਬਿਧਾ ਦਲ ਆ। ਫਿਰ ਇੱਕ ਗੱਲ ਤੇ ਕਹਿੰਦੇ ਜੀ ਇਹ ਪੰਜਾਬ ਦੀ ਸਵੈਤਤਾ ਦੇ ਜਿਹੜੀ ਫੈਡਰਲ ਢਾਂਚੇ ਨੂੰ ਨੁਕਸਾਨ ਪਹੁੰਚਾਊਗੇ, ਉਹਦਾ ਫਾਇਦਾ ਕਰੂਗੀ ਇਹ ਗੱਲ। ਇਹਦੀ ਅਸੀਂ ਅਜੇ ਵਕੀਲਾਂ ਨਾਲ ਗੱਲ ਕਰਾਂਗੇ। ਤੁਹਾਨੂੰ ਸ਼ਰਮ ਨਹੀਂ ਆਉਂਦੀ ਇਸ ਗੱਲ ਦੀ? ਇਸ ਗੱਲ ਦੀ ਕਿ ਐਗਰੀਕਲਚਰ ਸਬਜੈਕਟ ਆ ਜਿਹੜਾ ਕਨਸਟੀਟਿਊਸ਼ਨ ਦੇ ਵਿੱਚ, ਉਹ ਸਟੇਟ ਸਬਜੈਕਟ ਹੈ, ਸਟੇਟ ਲਿਸਟ ਵਿੱਚ ਆ। ਤੁਸੀਂ 14ਵਾਂ ਪੁਆਇੰਟ ਜਿਹੜਾ ਪੂਰੀ ਲਿਸਟ ਹੈ ਸਟੇਟ ਸਬਜੈਕਟ ਦੀ, ਉਹਦਾ 14ਵਾਂ ਪੁਆਇੰਟ ਐਗਰੀਕਲਚਰ ਇਜ਼ ਅ ਪਾਰਟ ਆਫ ਸਟੇਟ ਸਬਜੈਕਟ। ਜਦੋਂ ਉੱਥੋਂ ਉਹਦੇ ਆਰਡੀਨੈਂਸ ਜਾਰੀ ਹੋ ਰਿਹਾ ਔਰ ਉਹਦੇ ਰੂਲਸ ਵੀ ਦਿੱਲੀ ਤੋਂ ਬਣ ਗਏ, ਔਰ ਜੇ ਤੁਹਾਡਾ ਕੱਲ੍ਹ ਨੂੰ ਕੋਈ ਕਨਫਲਿਕਟ ਹੁੰਦਾ ਆ ਉਹਦਾ ਰੈਜ਼ੋਲੂਸ਼ਨ ਵੀ ਉਹ ਇੱਕ ਪੂਰਾ ਚੈਨਲ ਹੋਊਗਾ ਜਿਹੜਾ ਦਿੱਲੀ ਵੱਲੋਂ ਪੈਰਲਲ ਕੰਟਰੋਲ ਹੋਊਗਾ। ਸਿਵਲ ਸੂਟਸ ਨਹੀਂ ਹੋਣਗੇ, ਉਹਦੇ ਇੱਕ ਆਪਣਾ ਸਿਸਟਮ ਹੋਊਗਾ। ਉਹਦੇ 'ਚ ਜਾ ਕੇ ਉਹ ਕਨਫਲਿਕਟ ਰੈਜ਼ੋਲੂਸ਼ਨ ਹੋਣਗੇ ਜਿਹੜਾ ਕਿਸੇ ਭਰਪਾਈ ਕਰਨ ਦਾ ਹੋਊਗਾ। ਤਾਂ ਇਹਦਾ ਮਤਲਬ ਕਿ ਤੁਹਾਡੇ ਜਿਹੜੇ ਸੂਬਿਆਂ ਦੇ ਪੂਰਨ ਅਧਿਕਾਰ ਸੀ ਉਹ 'ਚ। ਦੂਸਰੀ ਗੱਲ, ਮੰਡੀਕਰਨ ਕਰਕੇ ਜਿੰਨਾ ਵੀ 10-12 ਹਜ਼ਾਰ ਕਰੋੜ ਰੁਪਈਆ ਸਾਰਾ ਇਕੱਠਾ ਹੁੰਦਾ ਸੀਗਾ ਮੰਡੀਕਰਨ ਦੇ, ਸਾਡੇ ਆਪਣੀ ਮੰਡੀ ਬੋਰਡ ਨੂੰ, ਉਹ ਸਾਰਾ ਦਿੱਲੀ ਨੂੰ ਜਾਊਗਾ ਜਾਂ ਉਹ ਵਪਾਰੀਆਂ ਨੂੰ ਜਾਊਗਾ ਜਿਹੜੇ ਵਪਾਰ ਕਰਨਗੇ। ਇਹ ਗੱਲਾਂ ਸਾਰੇ ਇਸ ਉੱਤੇ ਤਾਂ ਹੁਣ ਪੰਜਾਬ ਦੇ ਜਿਹੜੇ ਸਾਰੀਆਂ ਪਾਰਟੀਆਂ ਨੇ ਉਹਨਾਂ ਨੂੰ ਇਕਮੁੱਠ ਹੋਣਾ ਚਾਹੀਦਾ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਬਚਾਇਆ ਜਾ ਸਕੇ। ਪ੍ਰੋਫੈਸਰ ਸਾਹਿਬ ਹੋਰ ਵੀ ਕੁਝ ਅਹਿਮ ਮੁੱਦੇ ਹੈਗੇ ਨੇ ਜਿਹਨਾਂ ਤੇ ਗੱਲਬਾਤ ਕਰਾਂਗੇ, ਪਰ ਇੱਥੇ ਰੁਕ ਲੈਂਦੇ ਹਾਂ ਕਿ ਛੋਟੇ ਜਿਹੇ ਬ੍ਰੇਕ ਲਈ। ਸੋ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ। ਬ੍ਰੇਕ ਤੋਂ ਬਾਅਦ ਫਿਰ ਇਸੇ ਤਰ੍ਹਾਂ ਅਸੀਂ ਜਿਹੜਾ ਕੁਝ ਹੋਰ ਮੁੱਦਿਆਂ ਤੇ ਜਿਹੜੀ ਆਪਣੀ ਚਰਚਾ ਜਾਰੀ ਰੱਖਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਸਟ੍ਰੇਟ ਟਾਕ ਵਿੱਚ ਸਾਡੇ ਨਾਲ ਨੇ ਪ੍ਰੋਫੈਸਰ ਮਨਜੀਤ। ਪ੍ਰੋਫੈਸਰ ਸਾਹਿਬ, ਇੱਕ ਹੋਰ ਪੰਜਾਬ ਦਾ ਅਹਿਮ ਮੁੱਦਾ ਹੈਗਾ ਹੈ ਕਿ ਵਿਨੀ ਮਹਾਜਨ ਜਿਹੜੇ ਨੇ ਉਹਨਾਂ ਨੂੰ ਲਗਾਇਆ ਗਿਆ ਮੁੱਖ ਸਕੱਤਰ ਵਜੋਂ, ਤੇ ਜਿਹੜੇ ਪਹਿਲੇ ਮੁੱਖ ਸਕੱਤਰ ਸੀ ਉਹਨਾਂ ਦਾ ਕਾਫੀ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ 'ਚ ਜਿਸ ਹਿਸਾਬ ਦਾ ਰੌਲਾ ਰਿਹਾ ਹੈ ਮੰਤਰੀਆਂ ਦੇ ਨਾਲ, ਮੰਨਿਆ ਜਾ ਰਿਹਾ ਕਿ ਉਸੇ ਦੀ ਭੇਂਟ ਉਹਨਾਂ ਨੂੰ ਚੜਾ ਦਿੱਤਾ ਗਿਆ ਤੇ ਹੁਣ ਵਿਨੀ ਮਹਾਜਨ ਨੂੰ ਲਗਾਇਆ ਗਿਆ। ਤੇ ਇਸ ਉੱਤੇ ਖਹਿਰਾ ਵੱਲੋਂ ਖਾਸ ਤੌਰ ਤੇ ਸਵਾਲ ਚੁੱਕੇ ਗਏ ਨੇ ਕਿ ਡੀਜੀਪੀ ਦੀ ਧਰਮ ਪਤਨੀ ਹੈ ਦਿਨਕਰ ਗੁਪਤਾ ਦੀ ਵਿਨੀ ਮਹਾਜਨ, ਤਾਂ ਉਹਨਾਂ ਨੇ ਇਸ ਤੇ ਸਵਾਲ ਚੱਕੇ ਨੇ। 2-3 ਮੁੱਦੇ ਉਹਨਾਂ ਨੇ ਚੱਕੇ ਨੇ। ਉਹ ਤਾਂ ਇਹ ਕਹਿੰਦੇ ਨੇ ਕਿ ਜਿਹੜੇ ਹੋਰ ਅਫਸਰ ਜਿਹੜੇ ਉਹਨਾਂ ਤੋਂ ਜ਼ਿਆਦਾ ਕਾਬਿਲ ਸੀ ਉਹਨਾਂ ਨੂੰ ਦਰਕਿਨਾਰ ਕੀਤਾ ਗਿਆ ਤਾਂ ਉਹਨਾਂ ਨੂੰ ਲਗਾਇਆ ਗਿਆ। ਦੂਜਾ ਉਹ ਇਹ ਸਵਾਲ ਵੀ ਚੱਕਦੇ ਨੇ ਕਿ ਜਿਹੜਾ ਮੁੱਖ ਸਕੱਤਰ ਨਾ ਉਸਨੇ ਡੀਜੀਪੀ ਤੇ ਵੀ ਨਜ਼ਰ ਰੱਖਣੀ ਹੁੰਦੀ ਹੈ, ਉਸਨੇ ਪੰਜਾਬ ਦੇ ਹੋਰ ਜਿਹੜੇ ਸਿਸਟਮ ਆ ਉਸ ਤੇ ਵੀ ਨਜ਼ਰ ਰੱਖਣੀ ਹੁੰਦੀ ਹੈ, ਤਾਂ ਕੀ ਇਹ ਹੁਣ ਪੋਸੀਬਲ ਹੋ ਪਾਏਗਾ? ਦੇਖੋ, ਉਹਨਾਂ ਨੇ ਇੱਕ ਤੇ ਸੀਨੀਅਰਿਟੀ ਦਾ ਮਾਮਲਾ ਚੱਕਿਆ ਕਿ ਜਦੋਂ ਦਿਨਕਰ ਗੁਪਤਾ ਨੂੰ ਲਗਾਉਣਾ ਸੀ ਡੀਜੀਪੀ, ਉਦੋਂ ਵੀ ਉਹਨਾਂ ਨੇ 5 ਸੀਨੀਅਰ ਬੰਦਿਆਂ ਨੂੰ ਬਾਈਪਾਸ ਕਰਕੇ ਤੇ ਇਹਨਾਂ ਨੂੰ ਪਿਕ ਐਂਡ ਚੂਜ਼ ਕਰ ਲਿਆ। ਇਸੇ ਤਰੀਕੇ ਨਾਲ ਉੱਥੇ ਆਈਏਐਸ ਦੀ ਲੌਬੀ ਦੇ ਵਿੱਚ ਵੀ ਜਿਹੜੇ ਇਹਨਾਂ ਨਾਲ ਸੀਨੀਅਰ 4 ਬੰਦੇ ਹੋਰ ਸੀਗੇ ਉਹਨਾਂ ਨੂੰ ਛੱਡ ਕੇ 5ਵੇਂ ਨੰਬਰ ਤੇ ਇਹਨੂੰ ਕਰਕੇ ਤੇ ਇਹਨੂੰ ਲਾ ਲਿਆ। ਇਹ ਗੱਲ ਤੇ ਉਹਨਾਂ ਦੀ ਠੀਕ ਹੈ ਕਿ ਸੀਨੀਅਰਿਟੀ ਜਿਹੜੀ ਆ ਉਹ ਨਹੀਂ ਬਾਈਪਾਸ ਕਰਨੀ ਚਾਹੀਦੀ, ਪਰ ਨਾਲ ਹੀ ਕਈ ਵਾਰੀ ਕੋਈ ਜ਼ਿਆਦਾ ਕਾਬਿਲ ਬੰਦਾ ਥੱਲੇ ਹੁੰਦਾ ਰੱਖ ਲੈਣਾ ਚਾਹੀਦਾ। ਪਰ ਇੰਜ ਐਕਚੁਅਲੀ ਸਟੇਟ ਦੇ ਹਿੱਤ 'ਚ ਹੁੰਦਾ ਨਹੀਂ ਹੈਗਾ। ਇਹ ਤੇ ਇੰਨਾ ਵੱਡਾ ਕੇਂਦਰੀਕਰਨ ਹੋ ਜਾਣਾ, ਹਸਬੈਂਡ ਐਂਡ ਵਾਈਫ ਇਹ ਦੋਵੇਂ ਹੀ ਟੌਪ ਦੀਆਂ ਪੋਜੀਸ਼ਨ ਤੇ, ਇੱਕ ਬਿਊਰੋਕਰੇਸੀ ਇੱਕ ਪੁਲਿਸ ਦੇ ਉੱਤੇ, ਤੇ ਉਹਦੇ ਚੀਫ ਮਿਨਿਸਟਰ ਦੀ ਵੀ ਗੁੱਡੀ ਕਮਾ ਸਕਦੇ ਆ। ਪਤਾ ਨਹੀਂ ਕਿਉਂ ਪੰਗਾ ਲੈ ਲਿਆ ਇੰਨਾ ਅਮਰਿੰਦਰ ਸਿੰਘ ਨੇ, ਉਹਨੂੰ ਖੁਦ ਸੋਚਣਾ ਚਾਹੀਦਾ ਇੰਨਾ ਮੰਜਿਆ। ਖੈਰਾਂ ਨੇ ਇੱਕ ਚੀਜ਼ ਹੋਰ ਕਿ ਜਿਹੜੇ ਤੁਸੀਂ ਕਹਿ ਰਹੇ ਸੀ ਕਿ ਕੈਪਟਨ ਦੇ ਬਹੁਤ ਸਾਰੇ ਮਸਲੇ ਜਿਹੜੇ ਸੈਂਟਰ ਪਹਿਲਾਂ ਹੀ ਕਰਾ ਲੈਂਦਾ, ਖੈਰਾਂ ਨੇ ਇੱਥੇ ਇਹ ਵੀ ਕਿਹਾ ਕਿ ਹੋ ਸਕਦਾ ਕਿ ਸੈਂਟਰ ਵੱਲੋਂ ਸਿੱਧੀ ਲੈਟਰ ਆ ਗਈ ਹੋਵੇ। ਬਿਲਕੁਲ ਹੋ ਸਕਦਾ, ਕਿਉਂਕਿ ਸੈਂਟਰ ਦੇ ਵਿਰੁੱਧ ਨਹੀਂ ਸਟੈਂਡ ਲੈ ਸਕਦਾ। ਰਾਜੇ ਹਮੇਸ਼ਾ ਹੀ ਸੱਤਾ ਦੇ ਨਾਲ ਰਹੇ ਆ। ਜਿਹੜੀ ਵੀ ਸੈਂਟਰ, ਜੇ ਕਾਂਗਰਸ ਹੁੰਦੀ ਤੇ ਫਿਰ ਇਹਨਾਂ ਨੇ ਉਧਰ ਨੂੰ ਪੀਪ ਨਹੀਂ ਵਜਾਉਣੀ ਸੀ, ਆਪਣੀ ਉਹੋ ਜਿਹੀ ਆਵਾਜ਼ ਕੱਢਣੀ ਸੀ। ਹੁਣ ਕਿਉਂਕਿ ਬੀਜੇਪੀ ਹੈ, ਐਨਡੀਏ ਔਰ ਜ਼ਬਰਦਸਤ ਢੰਗ ਨਾਲ ਬੈਠੀ ਹੋਈ ਆ ਕਬਜ਼ਾ ਕਰਕੇ, ਹੁਣ ਉਹ ਉਧਰ ਨੂੰ ਕਰਨਗੇ। ਇਹ ਕਨਫਰੰਟੇਸ਼ਨ 'ਚ ਨਹੀਂ ਕਰੀ ਜਾਂਦੇ, ਜੋ ਕਹਿਣਗੇ ਕਰੀ ਜਾਣਗੇ, ਚੁੱਪ ਕਰਕੇ ਕਰੀ ਜਾਣਗੇ। ਇਹਨਾਂ ਨੂੰ ਆਪਣੀ ਜਿਹੜੀ ਪੋਜੀਸ਼ਨ ਆ ਉਹ ਕਾਇਮ ਰਹਿਣੀ ਚਾਹੀਦੀ ਹੈ। ਇਸ ਕਰਕੇ ਆ ਜਿਹੜੀ ਬਾਕੀ ਖੇਡ ਵੀ ਸਾਰੀ ਚੱਲਦੀ ਹੈ ਨਾ, ਹੋਲੀਅਰ ਦੈਨ ਦਾਓ, ਕਿ ਮੈਂ ਤੇਰੇ ਨਾਲੋਂ ਜ਼ਿਆਦਾ ਵਧੀਆ ਆ। ਤੁਸੀਂ ਨੋਟ ਕਰੋ ਕਿ ਬਰਗਾੜੀ ਵਾਲਾ ਮਸਲਾ ਹੀ ਸਾਰਾ ਖਤਮ ਕਰਤਾ।
ਕਿੱਥੇ ਕੌਣ ਗੱਲ ਕਰਦਾ ਹੁਣ? ਕਦੀ ਕਦੀ ਵਿੱਚ ਐਵੇਂ ਆ ਗਿਆ ਵੇ, ਲੋਕੀ ਵੀ ਉਹਨਾਂ ਦਾ ਧਿਆਨ ਸਾਰੇ ਦਾ ਸਾਰਾ ਹੁਣ ਨਵਾਂ ਆਰਡੀਨੈਂਸ ਆ ਗਿਆ ਐਗਰੀਕਲਚਰ ਦੇ ਆਰਡੀਨੈਂਸ ਤੇ, ਹੁਣ ਇਹ ਪ੍ਰੈਸੀਪੀਟੇਟਿੰਗ ਪੁਆਇੰਟ ਬਣ ਗਿਆ, ਉਹ ਉਧਰ ਨੂੰ ਖਿੱਚਦਾ ਉਧਰ ਨੂੰ ਖਿੱਚਦਾ, 6 ਮਹੀਨੇ ਹੋਰ ਲੰਘ ਜਾਣਗੇ, ਜਦ ਨੂੰ ਚੋਣਾਂ ਆ ਜਾਣਗੀਆਂ। ਕੀ ਤਮਾਸ਼ਾ ਹੈ, ਕੀ ਪਖੰਡ ਹੈ ਲੋਕਾਂ ਦਾ? ਲੋਕਾਂ ਦੇ ਹਿੱਤ ਨਹੀਂ ਰੱਖੇ ਜਾਂਦੇ। ਇੰਨਾ ਕੇਂਦਰੀਕਰਨ ਸੱਤਾ ਦਾ ਕਰਨਾ, 2 ਪੋਜੀਸ਼ਨਾਂ ਹਸਬੈਂਡ ਵਾਈਫ ਨੂੰ ਦੇਣੀਆਂ, ਇਹ ਬਿਲਕੁਲ ਹੀ ਲੋਕਤੰਤਰ ਦੇ ਵੀ ਹੱਕ 'ਚ ਨਹੀਂਗਾ, ਵੈਸੇ ਵੀ ਕਿਸੇ ਵੀ ਤਰੀਕੇ ਦਾ ਹੱਕ 'ਚ ਨਹੀਂ, ਉਹਨਾਂ ਦੀ ਆਪਣੀ ਪਾਰਟੀ ਦਾ ਪੋਜੀਸ਼ਨ ਲਈ ਵੀ ਹੱਕ ਨਹੀਂ। ਪਰ ਜਿੱਥੋਂ ਤੱਕ ਕਰਨ ਅਵਤਾਰ ਸਿੰਘ ਨੂੰ ਪਰਾਂ ਕੀਤਾ ਉਹਨਾਂ ਨੇ, ਉਹ ਤਾਂ ਠੀਕ ਕੀਤਾ। ਉੱਤੇ ਬੜੇ ਐਲੀਗੇਸ਼ਨ ਸੀ, ਮੈਂ ਖੁਦ ਵੀ ਚਾਹੁੰਦਾ। ਇਹ ਵੀ ਕਿਹਾ ਜਾਂਦਾ ਕਿ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਕੋਈ ਹੋਰ ਅਹੁਦਾ ਵੀ ਦਿੱਤਾ ਜਾ ਸਕਦਾ ਹੈ। ਜੇ ਦਿੱਤਾ ਜਾਊਗਾ ਤਾਂ ਫਿਰ ਆਪਣੇ ਸਿਰ ਫਿਰ ਹੋਰ ਸਵਾਪ ਪਾ ਲੈਣਗੇ। ਹਾਂ, ਫਿਰ ਇਹ ਤਾਂ ਗੱਲ ਜਿਹੜੀ ਹੈਗੀ ਹੈ, ਤੁਸੀਂ ਇੱਕ ਬੰਦੇ ਦੇ ਸ਼ਰੇਆਮ ਅਖਬਾਰਾਂ ਦੇ ਵਿੱਚ ਆਇਆ ਕਿ 17 ਉਹਦੀਆਂ ਅਲੱਗ-ਅਲੱਗ ਪ੍ਰਾਪਰਟੀਆਂ ਹੈਗੀਆਂ, ਤੁਸੀਂ ਇਨਕੁਆਇਰੀ ਤੇ ਕਰੋ ਕਿ ਲੁੱਟ ਕੇ ਦੋਵਾਂ ਥਾਂ ਖਾ ਹੀ ਜਾਣਾ, ਕੋਈ ਮਾੜਾ ਮੋਟਾ ਲੋਕਾਂ ਦੇ ਘਰਾਂ 'ਚ ਛੱਡਣਾ ਹੀ ਨਹੀਂ ਹੈ। ਤੁਸੀਂ ਇਹ ਹਾਲਤ ਬਣਾਈ ਹੋਈ ਹੈ, ਤੇ ਜੇ ਉਹਨੂੰ ਫੇਰ ਆਨਰ ਕਰਦੇ ਆ ਇੱਕ ਵਾਰੀ ਪਰਾਂ ਕਰਕੇ, ਇਹ ਹੋਰ ਵੀ ਮਾੜੀ ਗੱਲ ਹੋਊਗੀ। ਇੱਕ ਹੋਰ ਜਿਹੜਾ ਅਹਿਮ ਮੁੱਦਾ ਹੈਗਾ ਹੈ, ਚਾਈਨਾ ਦਾ ਮਸਲਾ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ। ਭਾਰਤ ਚਾਈਨਾ ਦਾ ਜਿਹੜਾ ਵਿਵਾਦ ਆ ਉਹ ਨਿਤ ਦਿਨ ਬਿਆਨ ਜਿਹੜੇ ਆਉਂਦੇ ਨੇ ਲਗਾਤਾਰ, ਤੇ ਜਾਂ ਅਸੀਂ ਗੱਲ ਕਰ ਲਈਏ, ਕਦੀ ਕਹਿੰਦੇ ਨੇ ਕਿ ਚਾਈਨਾ ਥੋੜਾ ਪਿੱਛੇ ਹਟ ਗਿਆ, ਕਦੀ ਕਹਿੰਦੇ ਨੇ ਚਾਈਨਾ ਫਿਰ ਉੱਥੇ ਆ ਕੇ ਬੈਠ ਗਿਆ। ਸੋ ਇਹ ਸਾਰਾ ਮਸਲਾ ਜਿਹੜਾ ਇਹ ਤੁਹਾਨੂੰ ਕਿੱਥੇ ਜਾਂਦਾ ਜਿਹੜਾ ਨਜ਼ਰ ਆਉਂਦਾ ਹੈ? ਦੇਖੋ, ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ, ਔਰ ਥੋੜੀ ਸਾਨੂੰ ਚਿੰਤਾ ਵੀ ਹੁੰਦੀ ਆ। ਅਸੀਂ ਬਾਰਡਰ ਸਟੇਟ ਹੈਗੀਆਂ, ਸਾਨੂੰ ਸੇਕ ਜ਼ਰੂਰ ਲੱਗੂਗਾ ਜੇ ਐਗਰੀਵੇਟ ਹੁੰਦੀ ਆ, ਜੇ ਕੋਈ ਵੀ ਗੱਲ ਅੱਗੇ ਕਾਨਫਲਿਕਟ ਵੱਲ ਨੂੰ ਹੋਰ ਵੱਧਦੀ ਹੈਗੀ ਆ। ਪਰ ਅੱਜ ਦੀ ਡੇਟ 'ਚ ਹਾਲਾਤ ਇਹ ਹੈਗੀ ਆ ਕਿ ਸਾਡੀ ਪੋਜੀਸ਼ਨਸ ਜਿਹੜੀਆਂ ਜੋ ਅਸੀਂ ਗੱਲਾਂ ਕਰ ਰਹੇ ਸੀਗੇ, ਉਸ ਦੇ ਉੱਤੇ ਜਿਹੜੀ ਸਾਡੇ ਕੁਛ ਏਰੀਏ ਜਿਹਨੂੰ ਆਪਣੇ ਅਸੀਂ ਹੱਕ ਮੰਨਦੇ ਸੀਗੇ, ਉਸ 'ਤੇ ਉਹਨੇ ਕਬਜ਼ਾ ਕੀਤਾ। ਪਹਿਲਾਂ ਤਾਂ ਐਡੀ ਲੰਮੀ ਦੇਰ ਹੋ ਗਈ ਆ, ਅੱਜ ਤੱਕ ਅਸੀਂ ਆਪਣੀ ਲਾਈਨ ਨੂੰ ਕਦੀ ਵੀ ਕੋਈ ਕਿਸੇ ਕਿਸਮ ਨਾਲ ਫਾਈਨਲ ਕਰਨ ਦੀ ਕਿਉਂ ਨਹੀਂ ਕੋਸ਼ਿਸ਼ ਕੀਤੀ? ਇਸ ਦੇ ਵਿੱਚ ਮੈਕਮੋਨ ਲਾਈਨ ਆ, ਕਦੀ ਉਸ ਦਾ ਅਸੀਂ ਕਲੀਅਰਲੀ ਜਾਣੀ ਉਹਨੂੰ ਡਰਾ ਕਰਕੇ ਤੇ ਉਸ ਨੂੰ ਫਾਈਨਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਘੱਟੋ ਘੱਟ ਈਸਟ ਦੇ ਵਿੱਚ ਤੇ ਸਾਡਾ ਸਾਰਾ ਖਤਮ ਹੋ ਜਾਂਦਾ, ਬਾਰਡਰ ਦਾ ਕੋਈ ਵੀ ਪ੍ਰੋਬਲਮ ਨਾ ਹੁੰਦੀ। ਕਦੀ ਉਹ ਅਰੁਣਾਚਲ ਤੇ ਆਪਣਾ ਕਬਜ਼ਾ ਮੰਗਦੇ ਆ, ਕਦੀ ਭੂਟਾਨ ਤੇ ਕਦੀ ਸਿੱਕਮ ਦੀਆਂ ਕੋਈ ਗੱਲਾਂ ਕਰਦੇ ਆ, ਇਸ ਕਿਸਮ ਦਾ ਅਲੱਗ-ਅਲੱਗ ਉਹ ਬਾਰਡਰ ਲੱਗਦਾ ਸਾਰਾ। ਇਸ ਕਰਕੇ ਇਹ ਜਿਹੜਾ ਮਸਲਾ ਸੀਗਾ, ਅਸੀਂ ਉਸ ਨੂੰ ਜਿੰਨਾ ਹੀ ਪੋਸਟਪੋਨ ਕੀਤਾ ਉਹਦਾ ਸਾਨੂੰ ਨੁਕਸਾਨ ਹੋਇਆ। ਪਹਿਲਾਂ ਵੀ ਹੋਇਆ 60ਵੀਆਂ ਦੇ ਵਿੱਚ, 62 ਦੇ ਵਿੱਚ ਜਦੋਂ ਲੜਾਈ ਹੋਈ ਹੈ, ਤੇ ਅੱਜ ਦੀ ਤਰੀਕ ਦੇ ਵਿੱਚ ਵੀ ਸਾਡੀ ਅਣਗਹਿਲੀ ਕਹਿ ਲਓ, ਸਾਡੀ ਥੋੜੀ ਜਿਹੀ ਸਰਵੇਲੈਂਸ, ਕਿਉਂਕਿ ਬਹੁਤ ਉੱਚੀ ਜਗ੍ਹਾ ਹੈ, ਕਈ ਜਗ੍ਹਾ 16,000 ਫੁੱਟ ਆ, ਕਈ ਜਗ੍ਹਾ 14-15,000 ਫੁੱਟ ਆ, ਹਮੇਸ਼ਾ ਬਰਫੀਲੀ ਜਗ੍ਹਾ, ਕਾਫੀ ਔਖਿਆਈ ਵਾਲੀ ਜਗ੍ਹਾ ਜਿੱਥੇ ਇਹ ਸਾਰਾ ਕੁਝ ਹੋ ਰਿਹਾ। ਪਰ ਉਹਦੇ ਬਾਵਜੂਦ ਵੀ ਚਾਈਨਾ ਵੀ ਉਨੀ ਔਖਿਆਈ ਦੇ ਵਿੱਚ ਉਹਨੇ ਜਿਹੜਾ ਗਲਵਾਨ ਵੈਲੀ ਹੈ ਜਾਂ ਪੈਂਗੋਂਗ ਜ਼ੋ ਦੇ ਵਿੱਚ, ਤੇ ਪਿਛਲੇ ਸਾਲ ਤੋਂ ਹੋ ਰਿਹਾ। ਪੈਂਗੋਂਗ ਜ਼ੋ ਜਿੱਥੇ ਉਹਦੇ ਈਸਟ ਦੇ ਨਾਰਥ ਦੇ ਵਿੱਚ, ਉਹ ਪਿਛਲੇ ਸਾਲ ਤੋਂ ਇਹਨਾਂ ਨੇ ਕੁਝ ਨਾ ਕੁਝ ਉੱਥੇ ਕਨਫਲਿਕਟ ਕੀਤਾ ਸੀ। ਮੋਟੇ ਤੌਰ 'ਤੇ 2-3 ਗੱਲਾਂ ਮੇਰੀਆਂ ਬਾਰ-ਬਾਰ ਸਮਝ ਪੈਂਦੀਆਂ। ਇੱਕ, ਜਿਹੜੀ ਇੰਡੀਆ ਇੰਟਰਨੈਸ਼ਨਲ ਨਵੀਂ ਲੌਬਿੰਗ ਐਂਟੀ ਚਾਈਨਾ ਕਰ ਰਿਹਾ, ਅਮਰੀਕਾ ਦੇ ਕੋਲ ਜਾਣਾ, ਇਜ਼ਰਾਈਲ ਕੋਲ ਜਾਣਾ, ਜਾਪਾਨ, ਆਸਟ੍ਰੇਲੀਆ, ਸਾਊਥ ਕੋਰੀਆ, ਇੱਧਰ ਨੂੰ ਨਵੀਆਂ ਪਿਆਰ ਪਿੰਗਾਂ ਝੂਟਣੀਆਂ, ਉਹਦੇ ਨਾਲ ਇੱਕ ਕੋਸਟ ਰਾਜਨੀਤਿਕ ਤੁਹਾਨੂੰ ਪੇ ਕਰਨੀ ਪੈ ਰਹੀ, ਉਹਦੇ ਨਾਲ ਤਾਂ ਚਾਈਨਾ ਜਿਹੜਾ ਅਗਰੈਸਿਵ ਹੋ ਰਿਹਾ। ਦੂਜਾ, ਮੂਰਖਤਾਈ ਵਾਲੀਆਂ ਗੱਲਾਂ ਕਿ ਚੀਨ ਦੀਆਂ ਚੀਜ਼ਾਂ ਦਾ ਬਾਈਕਾਟ ਕਰੋ। ਚੀਨ ਨਾਲ ਤੁਹਾਡਾ, ਚੀਨ ਨੂੰ ਕੁਛ ਨਹੀਂ ਫਰਕ ਪੈਣਾ। ਜਿਹੜੀ ਚੀਜ਼ ਚੀਨ ਨੇ ਬੰਦ ਕਰਕੇ ਧਮਕੀ ਦੇਣੀ ਆ, ਅਸੀਂ ਖੁਦ ਹੀ ਕਹਿ ਰਹੇ ਹਾਂ ਅਸੀਂ ਬੰਦ ਕਰਨੀ ਆ। ਇਹਦੇ ਨਾਲੋਂ ਸੁਸਾਈਡਲ ਕੋਈ ਗੱਲਾਂ, ਮੂਰਖਤਾ ਵਾਲੀਆਂ ਗੱਲਾਂ ਹੋਣਗੀਆਂ। ਲੋਕ ਕਹਿਣਗੇ ਕਿ ਪਤਾ ਨਹੀਂ ਇਹੋ ਜਿਹੇ ਹਾਲਾਤਾਂ 'ਚ ਦੇਸ਼ ਦੇ ਵਿਰੁੱਧ ਬੋਲਦੇ, ਸ਼ਾਇਦ ਇਹ ਦੇਸ਼ ਭਗਤ ਨਹੀਂ। ਤੁਸੀਂ ਫੈਕਚੁਅਲੀ ਗੱਲ ਕਰੋ। ਸਾਡੀ ਸਾਰੀ ਐਕਸਪੋਰਟ ਇੰਪੋਰਟ ਲੌਬੀ ਰਿਪਰੈਜ਼ੈਂਟੇਸ਼ਨ ਦੇ ਰਹੀ ਆ, ਹੋਰ ਬੰਦੇ ਵੀ ਜਿਹੜੇ ਵਪਾਰੀ ਆ ਉਹ ਰਿਪਰੈਜ਼ੈਂਟੇਸ਼ਨ ਸਰਕਾਰ ਨੂੰ ਦੇ ਰਹੇ ਆ ਕਿ ਚਾਈਨਾ ਦਾ ਮਾਲ ਆਉਣ ਦਿਓ, ਏਅਰਪੋਰਟ ਤੋਂ ਜਾਂ ਪੋਰਟਾਂ ਦੇ ਉੱਤੋਂ ਰਿਲੀਜ਼ ਕਰੋ। ਨਾ ਇਹ ਐਕਸਪੋਰਟ ਹੋਣ ਦੇ ਰਹੇ ਆ, ਜਿਹੜੇ ਆ ਕੇ ਮਾਲ ਢੁਕਿਆ ਹੋਇਆ ਪੋਰਟਾਂ ਦੇ ਉੱਤੋਂ ਰਿਲੀਜ਼ ਨਹੀਂ ਕਰ ਰਹੇ ਕਸਟਮ ਵਾਲੇ। ਇਹਦਾ ਮਤਲਬ ਹੈ ਕਿ ਤੁਸੀਂ ਕਿਹਦਾ ਨੁਕਸਾਨ ਕਰ ਰਹੇ? ਤੁਸੀਂ ਆਪਣੇ ਬੰਦਿਆਂ ਦਾ, ਚੀਨ ਦਾ ਨੁਕਸਾਨ ਕਰ ਰਹੇ ਕਿ ਆਪਣੇ ਬੰਦਿਆਂ ਦਾ ਨੁਕਸਾਨ ਕਰ ਰਹੇ? ਇਸ ਕਰਕੇ ਵਪਾਰ ਨੂੰ ਤੁਸੀਂ ਇੱਕ ਹਥਿਆਰ ਬਣਾਉਣਾ, ਰਾਜਨੀਤਿਕ ਹਥਿਆਰ ਬਣਾਉਣਾ, ਜੇ ਬਣਾਉਣਾ ਤੇ ਅਕਲ ਨਾਲ ਬਣਾਓ, ਉਹ ਇਹਨਾਂ ਨੂੰ ਫਾਇਦਾ ਨਹੀਂ ਕਰਨ ਵਾਲਾ ਹੈ। ਇੱਕ ਹੋਰ ਕਾਂਗਰਸ ਦੇ ਲੀਡਰਾਂ ਵੱਲੋਂ ਜਿਹੜਾ ਬਿਆਨ ਦਿੱਤਾ ਜਾ ਰਿਹਾ ਸੀ ਕਿ ਜਦੋਂ ਵੀ ਇਲੈਕਸ਼ਨਸ ਆਉਂਦੀਆਂ ਨੇ ਤੇ ਇਹ ਕਹਿੰਦੇ ਨੇ ਕਿ ਮੋਦੀ ਸਰਕਾਰ ਦਾ ਫੰਡਾ ਹੈ ਕਿ ਸਰਹੱਦਾਂ ਤੇ ਤਣਾਅ ਪੈਦਾ ਹੋ ਜਾਂਦਾ ਹੈ। ਇਹ ਅਜੇ ਤੇ ਸਰਕਾਰ ਦੀਆਂ ਇਲੈਕਸ਼ਨਾਂ ਬਹੁਤ ਦੂਰ ਆ। ਬਿਹਾਰ ਦੇ ਵਿੱਚ ਇਹਨਾਂ ਨੇ, ਬਿਹਾਰ ਦੀਆਂ ਇਲੈਕਸ਼ਨਾਂ 'ਚ ਇਹਨਾਂ ਨੇ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ। ਬਿਹਾਰ ਰੈਜੀਮੈਂਟ ਕਹਿਤਾ ਸਾਰਿਆਂ ਦੇ ਬਿਹਾਰੀਆਂ ਦੀ, ਜਦ ਕਿ ਉਹ ਨਾ ਹੈ ਬਿਹਾਰ ਰੈਜੀਮੈਂਟ। ਉਹਦੇ ਵਿੱਚ ਪੰਜਾਬੀ ਵੀ, ਤੁਹਾਨੂੰ ਪਤਾ 4 ਸਾਡੇ ਜਿਹੜੇ ਸੋਲਜਰਸ ਇੱਥੇ ਸ਼ਹੀਦ ਹੋਏ ਆ, ਉਹਦੇ 'ਚ ਅਲੱਗ-ਅਲੱਗ ਜਗ੍ਹਾ 'ਤੇ ਹੈਗੇ ਆ। ਵੈਸਟ ਬੰਗਾਲ ਦੇ ਬੈਗ ਕਿਸੇ ਵੀ ਸੂਬੇ ਦੇ ਹੋ ਸਕਦੇ। ਬਿਹਾਰ ਰੈਜੀਮੈਂਟ, ਬਿਹਾਰ ਉਹਦਾ ਨਾਂ ਆ, ਉੱਥੋਂ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ। ਦੇਖੋ ਜੀ ਬਿਹਾਰੀ ਕਿੰਨੇ ਬਹਾਦਰ ਆ, ਫਲਾਨਾ ਟਮਕਾਣਾ। ਇਹ ਤਾਂ ਸਾਡੀਆਂ ਬੇਕਰਤੂਤੀਆਂ।
ਇੱਕ ਗੱਲ ਜਿਹੜੀ ਮੈਂ ਅਜੇ ਮੈਂ ਵੀ ਨਹੀਂ ਕਦੀ ਕਹੀ, ਜਿਹੜੀ ਮੈਂ ਅੱਜ ਸੋਚ ਰਿਹਾ ਸੀ, ਉਹ ਜਿਹੜੀ ਬਹੁਤ ਅਹਿਮ ਗੱਲ ਹੈ ਜਿਸ ਕਰਕੇ ਚਾਈਨਾ ਬਹੁਤ ਚਿੜਿਆ ਤੇ ਅਗਰੈਸਿਵ ਮਾਈਂਡ ਦੇ ਵਿੱਚ ਹੈਗਾ। ਜਦੋਂ ਅਸੀਂ ਧਾਰਾ 5 ਅਗਸਤ ਲਾਸਟ ਈਅਰ ਧਾਰਾ 370 ਹਟਾਤੀ, ਹੁਣ ਸੈਂਟਰ ਜਿਹੜਾ ਉਹ ਇੱਕ ਬਫਰ ਸੀਗਾ, ਜੰਮੂ ਕਸ਼ਮੀਰ ਇੱਕ ਬਫਰ ਸੀ ਜਿਹਦੇ ਵਿੱਚ ਉਹ ਬਹੁਤੇ ਪੰਜਾਬ ਦੇ ਇੰਡੀਆ ਦੇ ਨਾਲ ਅੱਖ ਨਹੀਂ ਸੀ ਮਿਲਾਉਂਦੇ, ਥੋੜ੍ਹੇ ਜਿਹੇ ਆਟੋਨਮਸ ਸੀਗੇ। ਉਧਰੋਂ ਪਾਕਿਸਤਾਨ ਕਰਕੇ ਥੋੜਾ ਪਾਕਿਸਤਾਨ ਵੱਲ ਅੱਖ ਰੱਖਦੇ ਸੀ, ਥੋੜਾ ਇੰਡੀਆ ਵੱਲ ਅੱਖ ਰੱਖਦੇ ਸੀ, ਹੈ ਨਾ। ਇਸ ਕਰਕੇ ਉਹ ਬਫਰ ਸੀਗਾ, ਉਹਨਾਂ ਨੂੰ ਬਹੁਤਾ ਖਤਰਾ ਨਹੀਂ ਸੀ ਲੱਗਦਾ। ਜਦੋਂ ਹੁਣ ਸਿੱਧੀਆਂ ਫੌਜਾਂ ਉੱਤੇ ਬਿਠਾਤੀਆਂ, ਕਹਿੰਦੇ ਅੱਛਾ ਤੁਸੀਂ ਤਾਂ ਸਾਡੇ ਤੇ ਚੜ੍ਹਦੇ ਆ ਰਹੇ ਆ, ਉਹਨਾਂ ਨੇ ਹੋਰ ਉੱਥੇ ਜਾ ਕੇ ਆਪਣੀ ਮੋਰਚਾਬੰਦੀ ਕਰਤੀ। ਔਰ ਉਹ ਦੱਸਣਾ ਚਾਹੁੰਦੇ ਆ ਹੁਣ ਉੱਥੇ ਕਿ ਤੁਸੀਂ ਸਿੱਧਾ ਜਿਹੜਾ ਸਾਡੇ ਸਰਾਣੇ ਆ ਕੇ ਬੈਠ ਗਏ ਆ, ਅਸੀਂ ਤੁਹਾਨੂੰ ਥੋੜ੍ਹਾ ਜਿਹਾ ਪਿੱਛੇ ਧੱਕ ਕੇ ਪਿੱਛੇ ਰੱਖ ਕੇ ਅਸੀਂ ਤੁਹਾਨੂੰ ਮਜ਼ਾ ਚਖਾਵਾਂਗੇ। ਇਸ ਕਰਕੇ ਚਾਈਨਾ 3 ਗੱਲਾਂ ਕਰਕੇ, ਇੱਕ ਤਾਂ ਜਿਹੜਾ ਅਸੀਂ ਰੋਜ਼ ਰੌਲਾ ਪਾਉਂਦੇ ਆ ਕਿ ਅਸੀਂ ਉਹਦਾ ਬਾਈਕਾਟ ਕਰਾਂਗੇ, ਇਕਨੋਮਿਕਲੀ ਇਸ ਨੂੰ ਬਿਲਕੁਲ ਹੀ ਸਫੋਕੇਟ ਕਰ ਦਾਂਗੇ, ਇਹਦਾ ਦਮ ਘੁੱਟ ਕੇ ਆਰਥਿਕਤਾ ਦਾ ਮਾਰ ਦਾਂਗੇ। ਚਾਈਨਾ ਦਾ ਸਿਰਫ 2% ਟ੍ਰੇਡ, ਓਵਰਆਲ ਚਾਈਨਾ ਜਿੰਨਾ ਐਕਸਪੋਰਟ ਕਰਦਾ 2% ਇੰਡੀਆ ਨੂੰ ਆਉਂਦਾ, ਉਹਨੂੰ 98% ਚੱਲੀ ਜਾਣਾ ਉਹਨੂੰ ਕੀ ਫਰਕ ਪਊਗਾ। ਨਾਲੇ ਤੁਸੀਂ ਕਿਸੇ ਤੇ ਆਸਾਨ ਕਰਦੇ ਆ, ਸਸਤਾ ਮਾਲ ਤੇ ਵਧੀਆ ਮਾਲ ਜੇ ਕਿਸੇ ਦਾ ਲੈਨੇ ਆ, ਮਾਰਕੀਟ ਹੈਗੀ ਹੈ। ਜੇ ਮੈਨੂੰ ਕੱਪੜਾ 10 ਰੁਪਏ ਮੀਟਰ ਮਿਲੂ ਤੇ ਇਹ ਵੀ ਗੱਲ ਹੈਗੀ ਨਾ ਕਿ ਅਸੀਂ ਆਪ ਤਾਂ ਪ੍ਰੋਡਿਊਸ ਨਹੀਂ ਕਰ ਰਹੇ ਹੋ ਸਾਰੀਆਂ ਚੀਜ਼ਾਂ, ਤੇ ਵਪਾਰੀ ਕਿੱਧਰ ਨੂੰ ਜਾਣਗੇ। ਮੈਂ ਕਿਹਾ ਨਿਰਮਲਾ ਸੀਤਾਰਮਨ ਵਿਚਾਰੀ ਬੜੀ ਅਦਾਸ ਹੋ ਕੇ ਕਹਿ ਰਹੀ ਕਿ ਤੁਸੀਂ ਗਣੇਸ਼ ਦੀ ਆਈਡਲ ਵੀ ਉਹ ਵੀ ਨਹੀਂ ਬਣਾ ਸਕਦੇ ਆਪ, ਗਣੇਸ਼ ਦੀ ਮੂਰਤੀ ਵੀ ਨਹੀਂ ਆਪ ਬਣਾ ਸਕਦੇ, ਚਾਈਨਾ ਤੋਂ ਆਉਂਦੀ ਆ। ਇੰਨੀ ਦੁਖੀ ਹੋ ਕੇ ਜਾ ਕੇ ਤਾਮਿਲਨਾਡੂ 'ਚ ਆਪਣੇ ਬੰਦਿਆਂ ਨੂੰ ਕਹਿ ਰਹੀ ਸੀਗੀ। ਹਾਲਤ ਤੇ ਇਹ ਹੈ ਨਾ ਕਿ ਤੁਸੀਂ ਆਪਣੀ ਇੱਕ ਪਤੰਗ ਦੀ ਡੋਰ ਨਹੀਂ ਆਪਣੀ ਬਣਾ ਸਕਦੇ, ਉਹ ਵੀ ਚੀਨ ਤੋਂ ਲਿਆਉਣੇ ਭਾਵੇਂ ਗਲਾ ਕੱਟਦੇ। ਤੇ ਇਸ ਕਰਕੇ ਬਿਲਕੁਲ ਇੱਕ ਹੋਰ ਪੰਜਾਬ ਦਾ ਇਹ ਮੁੱਦਾ ਉਸ ਤੇ ਗੱਲ ਕਰ ਲਈਏ, ਕਿਉਂਕਿ ਆਮ ਲੋਕਾਂ ਨਾਲ ਜੁੜਿਆ ਹੋਇਆ ਹੈ। ਪੈਟਰੋਲ ਡੀਜ਼ਲ ਦੇ ਰੇਟ ਅਜੇ ਵੀ ਲਗਾਤਾਰ ਵੱਧਦੇ ਜਾ ਰਹੇ ਨੇ, ਤੇ ਇਹ ਵੀ ਕਿਹਾ ਜਾ ਰਿਹਾ ਕਿ ਹੁਣ 100 ਤੋਂ ਪਾਰ ਵੀ ਹੋ ਸਕਦਾ ਹੈ। ਸੋ ਅਜਿਹੇ ਵਿੱਚ ਸਰਕਾਰਾਂ ਕਿੱਧਰ ਨੂੰ ਜਾ ਰਹੀਆਂ ਨੇ, ਕਿ ਲੋਕਾਂ ਦੇ ਕਿਹੋ ਜਿਹੇ ਹਿੱਤ ਦੇਖੇ ਜਾ ਰਹੇ ਨੇ, ਜਾਂ ਸਿਰਫ ਹੁਣ ਸਿਆਸਤ ਹੀ ਹੋ ਰਹੀ ਹੈ? ਦੇਖੋ, ਸਰਕਾਰ ਨੇ ਨਾ 2 ਪਾਸਿਆਂ ਤੋਂ ਤਾਂ ਬਹੁਤ ਬੁਰੀ ਤਰ੍ਹਾਂ ਫਸੀ ਹੋਈ ਹੈ। ਇੱਕ ਬਾਰਡਰ ਤੇ ਜਿਹੜਾ ਅਸੀਂ ਹੁਣੇ ਗੱਲ ਕਰਕੇ ਹਟੇ ਹਾਂ, ਔਰ ਦੂਸਰਾ ਕੋਵਿਡ-19 ਜਿਹੜਾ ਕਰੋਨਾ ਵਾਇਰਸ ਦੀ ਮਹਾਮਾਰੀ ਹੈਗੀ। ਇਹ ਦੋ ਚੀਜ਼ਾਂ ਤੇ ਤਾਂ ਬਹੁਤ ਫਸੀ ਹੋਈ ਆ, ਬਹੁਤ ਦੇਸ਼ ਫਸੇ ਹੋਏ ਆ। ਤੀਜੀ ਗੱਲ ਜਿਹੜੀ ਇਹਨਾਂ ਨੇ ਆਪ ਆਪਣੇ ਤੌਰ ਤੇ ਜ਼ਿਆਦਾ ਹੋਰ ਫਸਾ ਲਈ ਹੈ, ਉਹ ਹੈ ਅਰਥ ਵਿਵਸਥਾ। ਇਹਨਾਂ ਹਾਲਾਤਾਂ 'ਚ ਇਹ ਮਾੜੇ ਮੋਟੇ ਕਿਸੇ, ਮੈਨੂੰ ਤੇ ਲੱਗਦਾ ਨਹੀਂ ਹੈ ਕਿ ਮੋਦੀ ਸਾਹਿਬ ਕਿਤੇ ਚਾਹ ਵੀ ਵੇਚਦੇ ਹੋਣ, ਮੈਨੂੰ ਤੇ ਲੱਗਦਾ ਉਹ ਵੀ ਇੱਕ ਗਾਪੀ ਹੋਣੀ ਆ। ਚਾਹ ਵੇਚਦਾ ਸਭ ਤੋਂ ਜ਼ਿਆਦਾ ਪਰੇਸ਼ਾਨ ਬੰਦਾ ਹੋਣਾ ਜਿੰਨਾ ਪੈਟਰੋਲ ਡੀਜ਼ਲ ਵਧੀ ਜਾਂਦਾ, ਮਹਿੰਗਾਈ ਵਧੀ ਜਾਂਦੀ ਹੈ। ਪਤਾ ਹੋਊਗਾ ਨਾ ਕਿ ਆਮ ਲੋਕਾਂ ਦੇ ਹਾਲਾਤ ਕਿਹੋ ਜਿਹੇ ਜਿਹੜੇ ਆ ਹੋ ਸਕਦੇ ਇਸ ਦੇ ਨਾਲ। ਨਹੀਂ, ਮੈਂ ਇਹੀ ਗੱਲ ਕਹਿਣਾ ਕਿ ਜੇ ਸੱਚੀ ਮੁੱਚੀ ਉਹ ਚਾਹ ਵੇਚਦਾ ਹੁੰਦਾ ਤੇ ਉਹਨੂੰ ਪਤਾ ਹੁੰਦਾ ਕਿ ਜਿਹੜਾ ਇੰਨਾ ਡੀਜ਼ਲ ਔਰ ਪੈਟਰੋਲ ਦੀ ਮੈਂ ਪ੍ਰਾਈਸ ਵਧਾਈ ਜਾਣਾ, ਇੱਕ ਆਮ ਆਦਮੀ ਦੇ ਉੱਤੇ ਕੀ ਅਸਰ ਹੋਊਗਾ। ਇਸ ਕਰਕੇ ਉਹਨੇ ਆਮ ਆਦਮੀ ਦੀ ਐਵੇਂ ਉਹ ਵੀ ਇੱਕ ਮਖੌਟਾ ਹੀ ਆ, ਜੇ ਦਿਲ ਦੇ ਵਿੱਚ ਇਹ ਦਰਦ ਹੋਵੇ ਆਮ ਆਦਮੀ ਦਾ। 13 ਰੁਪਏ ਪੈਟਰੋਲ ਦਾ ਨਾ 10 ਰੁਪਏ ਪੈਟਰੋਲ ਦਾ, 13 ਰੁਪਏ ਡੀਜ਼ਲ ਦਾ ਇਹਨਾਂ ਨੇ ਮਾਰਚ ਅਪ੍ਰੈਲ 'ਚ ਵਧਾਤਾ ਸੀ, ਜਦੋਂ ਇੰਟਰਨੈਸ਼ਨਲ ਕੀਮਤਾਂ ਟੈਕਸ ਵਧਾਤਾ ਸੀ, ਐਕਸਾਈਜ਼ ਵਧਾਤਾ, ਜਦੋਂ ਇੰਟਰਨੈਸ਼ਨਲ ਕੀਮਤਾਂ ਬਿਲਕੁਲ ਡਾਊਨ $20 ਪ੍ਰਤੀ ਬੈਰਲ ਵੀ ਹੋ ਗਈਆਂ ਸੀ। ਹੁਣ ਜਦੋਂ ਉੱਥੇ 40 ਦੇ ਕਰੀਬ ਜਿਹੜੀ ਪ੍ਰਾਈਸ ਹੈਗੀ ਹੈ ਇਸ ਵੇਲੇ ਇੰਟਰਨੈਸ਼ਨਲ ਮਾਰਕੀਟ, ਉੱਪਰ ਥੱਲੇ $42 ਵੀ ਹੋ ਸਕਦੀ ਹੈ ਪਰ ਬੈਰਲ। ਪਰ ਇਹਨਾਂ ਨੇ ਉਹ ਸਾਰੇ ਦਾ ਸਾਰਾ ਬੋਝ ਜਿਹੜਾ ਉੱਪਰੋਂ ਜਿਹੜਾ ਜਿੰਨਾ ਵਧੀ ਜਾਂਦਾ ਉਹ ਲੋਕਾਂ ਤੇ ਸੁੱਟੀ ਜਾਂਦੇ ਆ। ਔਰ ਹਾਲਤ ਇਹ ਹੈ ਅੱਜ ਦੀ ਡੇਟ ਵਿੱਚ ਦਿੱਲੀ ਦੇ ਵਿੱਚ 20 ਪੈਸੇ ਪ੍ਰਤੀ ਲੀਟਰ ਦੋਵੇਂ ਹੀ ਪੈਟਰੋਲ ਔਰ ਡੀਜ਼ਲ 80 ਰੁਪਏ ਤੋਂ ਉੱਪਰ ਆ, ਔਰ ਡੀਜ਼ਲ 20 ਪੈਸੇ ਪੈਟਰੋਲ ਨਾਲੋਂ ਵੀ ਜ਼ਿਆਦਾ ਮਹਿੰਗਾ। ਇਹਦਾ ਮਤਲਬ ਕਿਸਾਨੀ ਨੂੰ ਤਬਾਹ ਕਰਨ ਤੇ ਚੱਲੇ ਆ ਕਿ ਨਹੀਂ ਚੱਲੇ। ਦੇਸ਼ ਕੱਲੀ ਕਿਸਾਨੀ ਨਹੀਂ, ਟਰਾਂਸਪੋਰਟ ਦਾ ਜਿਹੜਾ ਸਾਰਾ ਉਹ ਖਰਚਾ ਹੈ ਉਹ ਵਧੂਗਾ। ਆਲ ਓਵਰ ਸਾਰੇ ਲੋਕਾਂ ਤੇ ਜਿਹੜਾ ਮਤਲਬ ਰਸੋਈ ਤੱਕ ਵੀ ਇਸ ਦਾ ਅਸਰ ਜਾਊਗਾ, ਲੋਕਾਂ ਦੇ ਘਰਾਂ ਤੱਕ, ਲੋਕਾਂ ਦੀ ਹਰ ਇਨਸਾਨ ਦੀ ਜੇਬ ਤੇ ਜਿਹੜਾ ਫਰਕ ਪੈਂਦਾ, ਜਿਹੜਾ ਨਹੀਂ ਵੀ ਮੋਟਰਸਾਈਕਲ ਜਾਂ ਗੱਡੀ ਚਲਾਉਂਦਾ ਉਸ ਤੇ ਵੀ ਅਸਰ ਪਏਗਾ, ਕਿਉਂਕਿ ਹਰ ਚੀਜ਼ ਜਿਹੜੀ ਆ ਉਹ ਜਿਹੜੀ ਡੀਜ਼ਲ ਦੀ ਵਰਤੋਂ ਹੋਣੀ ਆ ਸਮਾਨ ਦੀ ਢੋਆ ਲਈ ਵੀ। ਕੋਮਿਤਾ ਕੱਲ ਨਾ ਇੱਥੇ ਰੇਹੜੀ ਵਾਲਾ ਸਬਜ਼ੀ ਵੀ ਲੈ ਲਓ, ਮੈਂ ਉਹ ਨਾਲ ਦੀ ਨੂੰ ਕਿਹਾ ਮੈਂ ਜਾ ਕੇ ਸਬਜ਼ੀ ਲੈ ਆ, ਗਈ ਉਹ ਲੈਣ। ਜਿਹੜੇ ਸੜੇ ਮਟਰ ਸੀਗੇ, ਜਿਹੜੇ ਬਦਬੂ ਦੇ ਰਹੇ ਸੀ, ਉੱਪਰੋਂ ਗਲ ਗਏ ਸੀ ਸਾਰੇ, ਪਤਾ ਨਹੀਂ ਕਿੰਨੇ ਦਿਨ ਦੇ, 80 ਰੁਪਏ ਕਿਲੋ ਵੇਚ ਰਿਹਾ ਸੀ। ਕਹਿੰਦਾ ਜੀ ਮਿਲਦਾ ਹੀ ਕੁਛ ਨਹੀਂ। ਮੈਂ ਅੱਗੇ ਇੱਕ ਦਿਨ ਕਿਹਾ ਸੀਗਾ ਕਿ ਹਾਲਾਤ ਐ ਬਣ ਜਾਣਗੇ ਕਿ ਜਿਹੜੇ ਟਮਾਟਰ ਗਲ ਜਾਣਗੇ, ਲੋਕ ਸੁੱਟਣਗੇ ਨਹੀਂ, ਉਹਨੂੰ ਅੱਧਾ ਕੱਟ ਕੇ ਵੇਚਣਗੇ ਲੋਕਾਂ ਕੋਲ। ਇੰਨੀ ਮਹਿੰਗਾਈ ਹੋਊਗੀ ਤਾਂ ਤੁਸੀਂ ਗਲਿਆ ਟਮਾਟਰ ਵੀ ਪੂਰਾ ਨਹੀਂ ਸੁੱਟ ਪਾਓਗੇ। ਮੈਂ ਤੁਹਾਨੂੰ ਪ੍ਰੈਕਟੀਕਲ ਗੱਲਾਂ ਦੱਸ ਰਿਹਾ। ਕਾਰਨ ਕੀ ਹੈ ਕਿ ਇਹਦਾ 15-20% ਤੇ ਮਹਿੰਗਾਈ ਆਲਰੇਡੀ ਵੱਧ ਚੁੱਕੀ ਹੈ, ਔਰ ਇਹਦਾ ਅਸਰ ਆਉਣ ਵਾਲੇ 1 ਮਹੀਨੇ 'ਚ ਜਿਸ ਹਿਸਾਬ ਨਾਲ ਪੈਟਰੋਲ ਡੀਜ਼ਲ ਦੇ ਰੇਟ ਵਧ ਰਹੇ ਨੇ, ਹਾਈਪਰ ਇਨਫਲੇਸ਼ਨ ਹੋਊਗੀ। ਹਾਈਪਰ ਇਨਫਲੇਸ਼ਨ ਦਾ ਮਤਲਬ ਜਿਹੜੀ ਤਨਖਾਹ ਤੁਸੀਂ ਅੱਜ ਲਈ ਆ, ਜੇ ਤੁਸੀਂ ਉਹਦਾ ਉਦਣ ਹੀ ਖਰਚ ਲਓਗੇ ਤੇ ਉਹਦਾ ਕੀਮਤ ਹੋਰ ਹੋਊਗੀ ਤਨਖਾਹ ਦੀ। ਜੇ ਤੁਸੀਂ ਅਗਲੇ ਦਿਨ ਖਰੀਦੋਗੇ ਤਾਂ ਉਹਦੀ 10%
ਵੈਲਿਊ ਅਗਲੇ ਦਿਨ ਘਟ ਗਈ ਹੋਊਗੀ, ਤੁਹਾਨੂੰ 10% ਚੀਜ਼ਾਂ ਘੱਟ ਮਿਲਣਗੀਆਂ। ਇੰਨੀ ਇਨਫਲੇਸ਼ਨ ਇਹਦੀ ਤੇਜ਼ੀ ਨਾਲ ਹੋ ਸਕਦੀ ਹੈ। ਕਿਸੇ ਵੇਲੇ ਬ੍ਰਾਜ਼ੀਲ ਵਗੈਰਾ ਵਗੈਰਾ ਲੈਟਨ ਅਮਰੀਕਾ 'ਚ ਸੀਗੀ। ਇਸ ਗੱਲ ਤੋਂ ਤੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਬਾਜ਼ ਆਉਣਾ ਚਾਹੀਦਾ। ਜੇ ਅੱਛਾ ਇੱਕ ਗੱਲ ਹੋਰ, ਮੈਕਰੋ ਇਕਨੋਮਿਕਸ ਇਹ ਕਹਿੰਦੀ ਹੈਗੀ ਕਿ ਜਿਸ ਤਰ੍ਹਾਂ ਸਾਡੀ ਇੰਡਸਟਰੀ ਸਾਰੀ ਹੁਣ ਬੰਦ ਪਈ ਹੈ, ਹਰ ਚੀਜ਼ ਬੰਦ ਪਈ ਹੈ, 40% ਚੱਲ ਰਹੀ ਹੈ ਜਾਂ ਚੱਲ ਹੀ ਨਹੀਂ ਰਹੀ। ਜਿਹੜੀਆਂ ਮਿਡਲ ਤੇ ਸਮਾਲ ਸਕੇਲ ਇੰਡਸਟਰੀ ਆ ਉਹ 20% ਤਬਾਹ ਹੋ ਚੁੱਕੀ ਹੈ। ਸਭ ਤੋਂ ਵੱਧ ਇੰਪਲਾਇਮੈਂਟ ਉਹਦੇ 'ਚ ਆ। ਇਹਦਾ ਮਤਲਬ ਇਹਨਾਂ ਹਾਲਾਤਾਂ 'ਚ ਸਾਰੀ ਦੁਨੀਆ ਦੇ ਵਿੱਚ ਪੈਸਾ ਲੋਕਾਂ ਨੂੰ ਦਿੱਤਾ ਜਾ ਰਿਹਾ। ਉਹ ਇਸ ਕਰਕੇ ਨਹੀਂ ਕਿ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਆ, ਜਿਹੜੀ ਉੱਥੋਂ ਦੀਆਂ ਸਰਕਾਰਾਂ, ਤਾਂ ਕਿ ਉਹ ਪੈਸਾ ਲੈ ਕੇ ਜਿਹੜੇ ਲੋਕ ਆ ਉਹ ਮਾਰਕੀਟ 'ਚ ਆਉਣ ਤੇ ਮਾਰਕੀਟ ਚੱਲਦੀ ਰਹੇਗੀ। ਇਹ ਜਿੰਨਾ ਕੁ ਪੈਸਾ ਉਹਨਾਂ ਦੀਆਂ ਜੇਬਾਂ 'ਚ ਹੈਗਾ, ਇੱਕ ਪਾਸੇ ਬੇਰੁਜ਼ਗਾਰੀ, ਇੱਕ ਪਾਸੇ ਤੁਸੀਂ ਖੇਤੀ ਦੇ ਉੱਤੇ ਹਮਲਾ ਆਰਡੀਨੈਂਸ ਲਿਆ ਕੇ, ਇੱਕ ਪਾਸੇ ਤੁਸੀਂ ਮਹਿੰਗਾਈ ਕਰ ਦੋਗੇ, ਤੇ ਇਹਦਾ ਮਤਲਬ ਹੈ ਇਕਨੋਮੀ ਧੜਮ ਕਰਕੇ ਥੱਲੇ ਡਿੱਗੂਗੀ। ਜਿਹੜੀਆਂ ਮਾੜੀ ਮੋਟਾ ਧੂੰਆਂ ਕਿਸੇ ਫੈਕਟਰੀ 'ਚੋਂ ਨਿਕਲ ਰਿਹਾ ਉਹ ਵੀ ਬੰਦ ਹੋ ਜਾਊਗਾ। ਇਸ ਗੱਲ ਦਾ ਇਹ ਉਲਟਾ ਮਹਿੰਗਾ ਪਊਗਾ ਬਹੁਤ ਜ਼ਿਆਦਾ ਇਹਨਾਂ ਨੂੰ। ਮਤਲਬ ਬਹੁਤ ਹੀ ਪਤਾ ਨਹੀਂ ਕਿੱਥੋਂ ਇਹ ਕਿਹੜਾ ਇਹਨਾਂ ਨੂੰ, ਸੀਤਾਰਾਮਨ ਦੀ ਤੇ ਘੱਟੋ ਘੱਟ ਇੰਨੀ ਉਹਨਾਂ ਨੇ PhD ਇਕਨੋਮਿਕਸ ਕੀਤੀ ਹੈ, ਇੰਨੀ ਕਿਤੇ ਅਕਲ ਹੋਣੀ ਚਾਹੀਦੀ ਹੈ। ਸਾਰੇ ਲੋਕ ਦਵਾਈ ਦੇ ਰਹੇ ਆ ਕਿ ਇਸ ਪਾਸੇ ਨੂੰ ਬੰਦ ਕਰੋ। ਇਹ ਮਹਿੰਗਾਈ ਦਾ ਜਨਰਲ ਜਿਹੜਾ ਲੋਕਾਂ ਦੇ ਉੱਤੇ, ਲਿਵਿੰਗ ਦੇ ਉੱਤੇ ਇੰਨਾ ਮਾੜਾ ਅਸਰ ਪਊਗਾ। ਬੇਰੁਜ਼ਗਾਰੀ ਪਹਿਲਾਂ ਹੀ ਆ, ਮਹਿੰਗਾਈ ਹੋਰ ਹੋ ਜੂਗੀ ਤੇ ਬਹੁਤ ਹੀ ਹੱਥੋਂ ਬਾਹਰ ਗੱਲ ਨਿਕਲਣ ਵਾਲੀ ਹੋ ਸਕਦੀ ਆ। ਬਿਲਕੁਲ ਪ੍ਰੋਫੈਸਰ, ਬਹੁਤ ਸਾਰਾ ਧੰਨਵਾਦ ਤੁਹਾਡਾ ਸਮਾਂ ਦੇਣ ਲਈ, ਇਹਨਾਂ ਸਾਰੇ ਮਸਲਿਆਂ ਉੱਤੇ ਵਿਚਾਰ ਚਰਚਾ ਕਰਨ ਲਈ। ਸੋ ਬਹੁਤ ਅਹਿਮ ਮਸਲੇ ਜਿਹੜੇ ਪੰਜਾਬ ਨਾਲ ਜੁੜੇ ਹੋਏ ਸੀ, ਪੰਜਾਬ ਦੇ ਲੋਕਾਂ ਨਾਲ ਜੁੜੇ ਹੋਏ ਸੀ, ਤੇ ਸਰਕਾਰਾਂ ਦੀ ਕੀ ਕਾਰਗੁਜ਼ਾਰੀ ਰਹੀ ਤੇ ਕੀ ਕੁਛ ਉਹਨਾਂ ਦੇ ਮੰਤਵ ਨੇ, ਕਿੰਨੀ ਕੁ ਸਿਆਸਤ ਹੋ ਰਹੀ ਹੈ ਤੇ ਕਿੰਨੇ ਕੁ ਲੋਕਾਂ ਦੇ ਅਹਿਮ ਮੁੱਦਿਆਂ ਦਾ ਅਸਲ 'ਚ ਧਿਆਨ ਰੱਖਿਆ ਜਾ ਰਿਹਾ, ਸਭ ਤੇ ਗੱਲਬਾਤ ਕੀਤੀ ਅਸੀਂ। ਫਿਰ ਹਾਜ਼ਰ ਹੋਵਾਂਗੇ ਅਗਲੇ ਹਫਤੇ ਕੁਝ ਹੋਰ ਅਹਿਮ ਮੁੱਦਿਆਂ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।